ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਰੂ ਕਰਦੇ ਹਾਂ ਅਧਿਆਇ 5ਵਾਂ, ਦਿੱਲੀ 'ਚ ਗੁਰਦੁਆਰੇ ਬਣਾਉਣੇ। ਗੁਰਦੁਆਰਾ ਦੋ ਸ਼ਬਦ ਗੁਰ ਤੇ ਦੁਆਰਾ ਦਾ ਸੁਮੇਲ ਹੈ। ਗੁਰ ਤੋਂ ਭਾਵ ਗੁਰੂ ਅਤੇ ਦੁਆਰੇ ਤੋਂ ਭਾਵ ਹੈ ਦਰ ਅਰਥਾਤ ਘਰ। ਸੋ ਗੁਰਦੁਆਰੇ ਦਾ ਮਤਲਬ ਹੈ ਗੁਰੂ ਦਾ ਦਰ ਜਾਂ ਘਰ। ਗੁਰਦੁਆਰਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵੇਰ ਆਇਆ ਹੈ, ਜਿਵੇਂ ਜਿਸਨੋ ਕਥਾ ਸੁਣਾਏ ਆਪਣੀ ਸੀ ਗੁਰਦੁਆਰੇ ਸੁਖ ਪਾਵੇ। ਗੁਰਦੁਆਰੇ ਸਿੱਖਾਂ ਦੇ ਧਾਰਮਿਕ ਅਸਥਾਨ ਹਨ ਅਤੇ ਇਹ ਮਨੁੱਖ ਨੂੰ ਪ੍ਰਭੂ ਦੇ ਨਾਲ ਮਿਲਾਪ ਕਰਨ ਦੇ ਮੁੱਖ ਸਾਧਨ ਹਨ। ਇੱਥੇ ਸਿੱਖ ਸੰਗਤ ਜੁਗੋ ਜੁਗ ਅਟਲ, ਹਾਜ਼ਰਾ ਹਜ਼ੂਰ, ਜਹਰਾ ਜਹੂਰ ਅਤੇ ਸਰਬ ਕਲਾ ਭਰਪੂਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੋ ਗੁਰਬਾਣੀ ਦਾ ਪਾਠ, ਕਥਾ, ਕੀਰਤਨ, ਕਵਿਸ਼ਰੀ, ਢਾਡੀ ਕਲਾ ਅਤੇ ਸਿੱਖ ਇਤਿਹਾਸ ਸੁਣ ਗੁਰਮਤਿ ਦੀ ਰੋਸ਼ਨੀ ਹਾਸਲ ਕਰਦੀ ਹੈ। ਐਸੀ ਗੁਰਮਤਿ ਮਨ ਅੰਦਰ ਸ਼ਾਂਤੀ, ਸਹਿਜ, ਸਤ, ਸੰਤੋਖ, ਦਇਆ ਅਤੇ ਧਰਮ ਦਾ ਨਿਵਾਸ ਉਤਪੰਨ ਕਰਦੀ ਹੈ, ਜਿਸ ਕਾਰਨ ਚਿੰਤਾ, ਭਰਮ, ਨਿੰਦਿਆ, ਚੁਗਲੀ, ਹੰਕਾਰ, ਦੁਰਮਤ ਆਦਿ ਦੂਰ ਹੋ ਜਾਂਦੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਦੌਰਾਨ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਦੌਰਾਨ ਸਿੱਖਾਂ ਨੂੰ ਧਰਮਸ਼ਾਲਾਵਾਂ ਬਣਾਉਣ ਲਈ ਪ੍ਰੇਰਿਆ। ਜਿੱਥੇ ਕਿਤੇ ਵੀ ਸਤਿਗੁਰਾਂ ਨੇ ਪੈਰ ਪਾਏ ਉੱਥੇ ਧਰਮਸ਼ਾਲਾਵਾਂ ਸਥਾਪਿਤ ਹੋ ਗਈਆਂ। ਇਸੇ ਲਈ ਹੀ ਭਾਈ ਗੁਰਦਾਸ ਜੀ ਨੇ ਕਥਨ ਕੀਤਾ, ਜਿੱਥੇ ਬਾਬਾ ਪੈਰ ਧਰ ਪੂਜਾ ਆਸਨ ਥਾਪਨ ਸੋਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1521 ਈਸਵੀ ਵਿੱਚ ਕਰਤਾਰਪੁਰ ਸਾਹਿਬ ਵਿਖੇ ਪਹਿਲਾ ਗੁਰਦੁਆਰਾ ਸਥਾਪਿਤ ਕੀਤਾ। ਗੁਰਦੁਆਰੇ ਸੰਬੰਧੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਬਚਨ ਹਨ, ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ। ਸੋ ਗੁਰਦੁਆਰਾ ਸਾਹਿਬਾਨ ਪੂਜਾ, ਭਗਤੀ, ਸੇਵਾ, ਸਾਧ ਸੰਗਤ ਅਤੇ ਸਿੱਖੀ ਵਿਰਸੇ ਲਈ ਵਿਸ਼ੇਸ਼ ਅਸਥਾਨ ਹਨ। ਪ੍ਰਭੂ ਭਗਤੀ ਆਤਮਕ ਬਲ ਪੈਦਾ ਕਰਕੇ ਇਨਸਾਨ ਨੂੰ ਨਿਰਭਉ, ਨਿਰਵੈਰ, ਦਇਆਵਾਨ ਅਤੇ ਸ਼ਰਧਾਵਾਨ ਬਣਾ ਦਿੰਦੀ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਲਿਖਦੇ ਹਨ, ਗੁਰਦੁਆਰੇ ਉਹ ਟਕਸਾਲਾਂ ਹਨ ਜਿੱਥੇ ਗੁਰ ਸ਼ਬਦਾਂ ਦੇ ਆਸਰੇ ਮਨੁੱਖੀ ਜੀਵਨ ਨੂੰ ਘੜਿਆ ਜਾਂਦਾ ਹੈ, ਕਿਉਂਕਿ ਇਹ ਭਗਤੀ, ਪ੍ਰੇਮ ਰਸ ਅਤੇ ਗਿਆਨ ਪ੍ਰਕਾਸ਼ ਦੇ ਸੋਮੇ ਹਨ। ਗੁਰਦੁਆਰਾ ਸਾਹਿਬਾਨ ਅੰਦਰ ਲੰਗਰ ਅਤੇ ਰਹਾਇਸ਼ ਦਾ ਵੀ ਪ੍ਰਬੰਧ ਹੁੰਦਾ ਹੈ। ਇਹਨਾਂ ਦੀ ਉਸਾਰੀ ਲਈ ਅਤੇ ਹੋਰ ਸਮੂਹ ਪ੍ਰਬੰਧਾਂ ਲਈ ਗੁਰੂ ਸਾਹਿਬ ਵੱਲੋਂ ਹਰ ਸਿੱਖ ਨੂੰ ਆਪਣੀ ਧਾਰਮਿਕ ਕਮਾਈ ਵਿੱਚੋਂ ਦਸਵੰਧ ਦੇਣ ਦਾ ਹੁਕਮ ਹੈ। ਸਿੱਖ ਸੰਗਤਾਂ ਗੁਰੂ ਦੀ ਗੋਲਕ ਵਿੱਚ ਧਨ ਪਾਉਂਦੀਆਂ ਹਨ। ਗੁਰੂ ਦੀ ਗੋਲਕ ਨੂੰ ਗਰੀਬ ਦਾ ਮੂੰਹ ਆਖਿਆ ਜਾਂਦਾ ਹੈ। ਇਹ ਮਾਇਆ ਧਾਰਮਿਕ ਸਮਾਗਮਾਂ, ਮਰੀਜ਼ਾਂ, ਵਿਦਿਆ, ਗ੍ਰੰਥੀਆਂ, ਕੀਰਤਨੀਆਂ ਅਤੇ ਕਥਾਵਾਚਕਾਂ ਤੇ ਵੀ ਖਰਚ ਕੀਤੀ ਜਾਂਦੀ ਹੈ। ਗੁਰੂ ਘਰ ਹਜ਼ਾਰਾਂ ਹੀ ਪ੍ਰਾਣੀਆਂ ਨੂੰ ਨੌਕਰੀ ਵੀ ਪ੍ਰਦਾਨ ਕਰ ਰਹੇ ਹਨ ਅਤੇ ਕੌਮ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹਨ। ਮਹਾਨ ਫਿਲਾਸਫਰ ਡਾਕਟਰ ਇਕਬਾਲ ਦੇ ਬੋਲ ਹਨ, ਕੌਮੋਂ ਕੇ लिए ਮੋਹ ਹੈ ਮਰਕਜ਼ ਸੇ ਜੁਦਾਈ। ਭਾਵ ਜਿਹੜੀਆਂ ਕੌਮਾਂ ਆਪਣੇ ਧਾਰਮਿਕ ਕੇਂਦਰ ਤੋਂ ਟੁੱਟ ਜਾਂਦੀਆਂ ਹਨ, ਉਹ ਆਪਣੀ ਜੜ ਉਖੇੜ ਬੈਠਦੀਆਂ ਹਨ। ਭਾਈ ਬਘੇਲ ਸਿੰਘ ਦੇ ਮਨ ਅੰਦਰ ਧਾਰਮਿਕ ਕੇਂਦਰਾਂ ਦੀ ਬਹਾਲੀ ਲਈ ਭਾਰੀ ਖਿੱਚ ਸੀ। ਸਮੇਂ ਦੀ ਮੁਗਲ ਹਕੂਮਤ ਵੱਲੋਂ ਸਿੱਖੀ ਦੇ ਕੁਝ ਮਹਾਨ ਧਾਰਮਿਕ ਕੇਂਦਰਾਂ ਨੂੰ ਮਿਟਾ ਕੇ ਉੱਥੇ ਮਸੀਤਾਂ ਆਦਿ ਦੀ ਉਸਾਰੀ ਸਿੱਖਾਂ ਨੂੰ ਕੰਡੇ ਵਾਂਗ ਚੁੱਭ ਰਹੀ ਸੀ। ਗੁਰੂ ਸਾਹਿਬਾਨ ਅੰਤਰਜਾਮੀ ਹੋਣ ਸਦਕਾ ਸਿੱਖਾਂ ਦੀ ਇਸ ਤੜਫ ਨੂੰ ਮਹਿਸੂਸ ਕਰ ਰਹੇ ਸਨ। ਉਹਨਾਂ ਸਰਦਾਰ ਬਘੇਲ ਸਿੰਘ ਤੇ ਐਸੀ ਕਿਰਪਾ ਦ੍ਰਿਸ਼ਟੀ ਕੀਤੀ, ਐਸਾ ਬਲ ਬਖਸ਼ਿਆ ਤੇ ਐਸੀ ਵਿਧ ਬਣਾਈ ਕਿ ਉਸ ਲਈ ਗੁਰਦੁਆਰਾ ਸਾਹਿਬਾਨ ਦੀ ਉਸਾਰੀ ਲਈ ਸੇਵਾ ਦੇ ਦਰਵਾਜ਼ੇ ਖੋਲ੍ਹ ਦਿੱਤੇ। ਭਾਈ ਬਘੇਲ ਸਿੰਘ ਨੇ 7 ਗੁਰਦੁਆਰੇ ਉਸਾਰਨ ਲਈ ਵਿਉਂਤ ਬਣਾਈ, ਜਿਨ੍ਹਾਂ ਦੇ ਨਾਂ ਪੰਥ ਖਾਲਸੇ ਨਾਲ ਸਲਾਹ ਕਰਕੇ ਇਸ ਤਰ੍ਹਾਂ ਉਲੀਕੇ। ਪਹਿਲਾ ਗੁਰਦੁਆਰਾ ਸੀਸਗੰਜ ਸਾਹਿਬ, ਦੂਜਾ ਗੁਰਦੁਆਰਾ ਰਕਾਬਗੰਜ ਸਾਹਿਬ, ਤੀਜਾ ਗੁਰਦੁਆਰਾ ਬੰਗਲਾ ਸਾਹਿਬ, ਚੌਥਾ ਗੁਰਦੁਆਰਾ ਮਾਤਾ ਸੁੰਦਰੀ ਜੀ, ਪੰਜਵਾਂ ਗੁਰਦੁਆਰਾ ਬਾਲਾ ਸਾਹਿਬ, ਛੇਵਾਂ ਗੁਰਦੁਆਰਾ ਮੋਤੀ ਬਾਗ ਅਤੇ ਸੱਤਵਾਂ ਗੁਰਦੁਆਰਾ ਮਜਨੂ ਦਾ ਟਿੱਲਾ। ਇਹ 7 ਗੁਰਦੁਆਰੇ ਬਣਵਾਉਣ ਲਈ ਸਰਦਾਰ ਨੇ ਦਿੱਲੀ ਪਤੀ ਤੋਂ ਆਗਿਆ ਲੈ ਲਈ ਸੀ ਅਤੇ ਬੇਗਮ ਸਮਰੂ ਦੇ ਬਾਦਸ਼ਾਹ ਦੇ ਹਾਂ ਪੱਖੀ ਰਵੱਈਆ ਅਪਣਾਉਣ ਲਈ ਜ਼ੋਰ ਪਾਇਆ ਸੀ। ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ, ਕਸਮ ਨੇਮ ਦਊ ਉਰਤੇ ਬੇਗਮ ਦਏ ਕਰਾਏ, ਡੇਹਰੇ 7 ਚੜਾਵਣੇ ਸਿੰਘ ਜੀ ਲਏ ਲਿਖਾਏ। ਬਘੇਲ ਸਿੰਘ ਨੇ ਇਹ ਗੱਲ ਵੀ ਲਿਖਤ 'ਚ ਲਿਖਵਾਈ ਕਿ ਅਸੀਂ ਇਹਨਾਂ ਡੇਰਿਆਂ ਤੇ ਸਿੱਖ ਪੰਥ ਦੇ ਝੰਡੇ ਨਿਸ਼ਾਨ ਸਾਹਿਬ ਚਲਾਉਣੇ ਹਨ, ਤੁਹਾਨੂੰ ਇਹਨਾਂ ਸੰਬੰਧੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਸ ਵਕਤ ਹਿੰਦੁਸਤਾਨ ਅੰਦਰ ਚਾਰੇ ਪਾਸੇ ਹਰੇ ਰੰਗ ਦੇ ਹੈਦਰੀ ਝੰਡੇ ਹੀ ਝੂਲ ਰਹੇ ਸਨ। ਬਘੇਲ ਸਿੰਘ ਤੋਂ ਬੇਗਮ ਫਰਮਾਇਓ,
कह पतशाहे डेरा बाहर करायो, माड़ मोट जो तुमरे पाहे, देओ बाहर तू झंडे गड़वाहे, सऊ बात पतशाह मन लई, दीने झंडे बाहर गड़ई। निशान साहिब ਉੱਚਾ ਝੁਲਾਇਆ ਜਾਂਦਾ ਹੈ ਅਤੇ ਇਹ ਗੁਰਦੁਆਰੇ ਦੀ ਮੌਜੂਦਗੀ ਨੂੰ ਦਰਸਾਉਂਦਾ ਹੈ। ਉਚਾਈ ਤੇ ਝੂਲ ਰਿਹਾ ਇਸ ਦਾ ਫਰਰਾ ਗਰੀਬਾਂ, ਭੁੱਖਿਆਂ ਤੇ ਦੁਖੀਆਂ ਨੂੰ ਮਨ ਨੂੰ ਆਵਾਜ਼ਾਂ ਮਾਰਦਾ ਹੈ ਕਿ ਤੁਸੀਂ ਮੇਰੇ ਕੋਲ ਆਓ, ਲੰਗਰ ਛਕ ਕੇ ਤਨ ਦੀ ਭੁੱਖ ਮਿਟਾਓ, ਸਤ ਸੰਗਤ ਵਿੱਚ ਬੈਠ ਨਾਮ ਬਾਣੀ ਦੀਆਂ ਛੈਬਰਾਂ ਸੁਣੋ ਅਤੇ ਆਤਮਿਕ ਬਲ ਪ੍ਰਾਪਤ ਕਰੋ। ਮੁਫਤ ਠਹਿਰੋ ਅਤੇ ਲੋੜ ਅਨੁਸਾਰ ਵਸਤਾਂ ਵੀ ਹਾਸਲ ਕਰੋ। ਚਾਰ ਤਣੀਆਂ ਦੇ ਆਸਰੇ ਖੜਾ ਨਿਸ਼ਾਨ ਸਾਹਿਬ ਚਾਰੇ ਮੁੱਖ ਧਰਮਾਂ ਹਿੰਦੂ, ਮੁਸਲਮ, ਸਿੱਖ ਅਤੇ ਈਸਾਈਆਂ ਨੂੰ ਆਸਰਾ ਦੇਣ ਦਾ ਪ੍ਰਤੀਕ ਹੈ। ਬਾਦਸ਼ਾਹ ਨਾਲ ਲਿਖਤੀ ਸਮਝੌਤਾ ਹੋਣ ਪਿੱਛੋਂ ਦਿੱਲੀ ਸ਼ਹਿਰ ਦੀਆਂ ਸਾਰੀਆਂ ਚੁੰਗੀਆਂ ਤੇ ਕਬਜ਼ਾ ਕਰਕੇ ਖਾਲਸੇ ਨੇ ਮਿਠਾਈ ਪੁੱਲ ਤੇ ਚੁੰਗੀ ਕਰ ਉਗਰਾਉਣਾ ਸ਼ੁਰੂ ਕਰ ਦਿੱਤਾ। ਹਰ ਰੋਜ਼ ਪ੍ਰਾਪਤ ਹੋਣ ਵਾਲੇ ਚੁੰਗੀ ਕਰ ਦਾ 62.5% 5/8 1 ਰੁਪਏ ਚੋਂ 40 ਪੈਸੇ, ਕਿਉਂਕਿ ਉਸ ਸਮੇਂ 1 ਰੁਪਇਆ 64 ਪੈਸੇ ਦਾ ਹੁੰਦਾ ਸੀ, ਹਿੱਸਾ ਸਰਕਾਰੀ ਖਜ਼ਾਨੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਪਿਆਰਾ ਸਿੰਘ ਪਦਮ ਸੰਖੇਪ ਸਿੱਖ ਇਤਿਹਾਸ ਦੇ ਪੰਨਾ 115 ਤੇ ਲਿਖਦੇ ਹਨ ਕਿ ਬਾਦਸ਼ਾਹ ਨੇ ਖਾਲਸੇ ਨੂੰ 3 ਲੱਖ ਰੁਪਏ ਨਕਦ ਵੀ ਦਿੱਤੇ ਸਨ। ਸਰਦਾਰ ਬਘੇਲ ਸਿੰਘ ਨੇ ਚਾਂਦਨੀ ਚੌਂਕ ਦੀ ਕੋਤਵਾਲੀ ਵੀ ਆਪਣੇ ਘੇਰੇ ਵਿੱਚ ਲੈ ਆਂਦੀ। 4000 ਸੈਨਿਕ ਦਿੱਲੀ 'ਚ ਰੱਖ ਬਾਕੀ ਸਾਰੀ ਸੈਨਾ 12 ਮਾਰਚ 1783 ਨੂੰ ਵਾਪਸ ਭੇਜ ਦਿੱਤੀ। ਬਾਦਸ਼ਾਹ ਵੱਲੋਂ ਦਿੱਤੇ ਗਏ 3 ਲੱਖ ਰੁਪਏ ਵਿੱਚੋਂ ਸੈਨਾ ਨੂੰ ਵਾਪਸ ਭੇਜਣ ਸਮੇਂ ਕੜਾਹ ਪ੍ਰਸ਼ਾਦ ਛਕਾਇਆ ਗਿਆ। ਨਗਾਰਿਆਂ ਤੇ ਚੋਟ ਲਾ ਕੇ ਫੌਜ ਨੇ ਪੰਜਾਬ ਵੱਲ ਕੂਚ ਕੀਤਾ। ਦਿੱਲੀ ਰੱਖੇ ਗਏ ਸਿੰਘਾਂ ਨੂੰ ਦਿਨ ਪੁਰ ਰਾਤ ਚੁਕੰਨੇ ਰਹਿ ਕੇ ਸ਼ਹਿਰ ਵਿੱਚ ਗਸ਼ਤ ਕਰਨ ਲਈ ਹੁਕਮ ਦਿੱਤਾ। ਇਹ ਬੜੀ ਅਚੰਭੇ ਵਾਲੀ ਗੱਲ ਸੀ ਕਿ ਗਿਣਤੀ ਦੇ 4000 ਖਾਲਸੇ ਨੇ ਦਿੱਲੀ ਦੇ ਮੁਗਲ ਤਖਤ ਨੂੰ ਹੀ ਕੇਵਲ ਨਹੀਂ ਬਲਕਿ ਸਾਰੇ ਹਿੰਦੁਸਤਾਨ ਦੀ ਲੁਕਾਈ ਨੂੰ ਵਸ 'ਚ ਕਰ ਰੱਖਿਆ ਸੀ। ਦੇਸ਼ ਅੰਦਰ ਆਪਣੇ ਆਪ ਨੂੰ ਤਾਕਤਵਰ ਕਹਾਉਣ ਵਾਲੇ ਮਰਹੱਟਿਆਂ ਤੇ ਅੰਗਰੇਜ਼ਾਂ ਦਾ ਵੀ ਦਿੱਲੀ ਤਖਤ ਨੂੰ ਹਥਿਆਉਣਾ ਦਾ ਹੀਆ ਨਹੀਂ ਪਿਆ। ਇੱਥੇ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਸ਼ਬਦ ਪ੍ਰਭੂ ਕਲਾ ਨੂੰ ਦਰਸਾ ਸਿੰਘਾਂ ਤੇ ਕੀਤੀ ਮਿਹਰ ਦਾ ਪ੍ਰਗਟਾਵਾ ਕਰ ਰਿਹਾ ਹੈ। ਐਸੀ ਲਾਲ ਤੁਝ ਬਿਨ ਕਵਨ ਕਰੇ, ਗਰੀਬ ਨਿਵਾਜ ਗੁਸਈਆਂ ਮੇਰਾ, ਮਾਥੇ ਛਤਰ ਧਰੇ, ਨੀਚਿਓਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਬੋਲ ਰਤਨ ਸਿੰਘ ਭੰਗੂ ਦੇ ਪ੍ਰਾਚੀਨ ਪੰਥ ਪ੍ਰਕਾਸ਼ 'ਚ ਇੰਜ ਦਰਜ ਕੀਤੇ ਹਨ, ਇਨ ਗਰੀਬ ਸਿੱਖਿਓਨ ਕੋ ਦੇ ਪਾਤਸ਼ਾਹੀ, ਯਹ ਯਾਦ ਰੱਖੇ ਹਮਰੀ ਗੁਰਿਆਈ। 10ਵੇਂ ਪਾਤਸ਼ਾਹ ਦੇ ਦਰਬਾਰ ਦਾ ਮਸ਼ਹੂਰ ਕਵੀ ਕੱਕਨ ਉਹਨਾਂ ਦੇ ਦੱਸੇ ਗੁਰਮਤ ਆਸ਼ੇ ਅਤੇ ਜੀਵਨ ਜਾਂਚ ਨੂੰ ਦੇਗ ਤੇਗ ਜਗ ਮੈਂ ਦੋਊ ਚਲੈ ਸੰਬੰਧੀ ਇਸ ਤਰ੍ਹਾਂ ਕਲਮਬੰਦ ਕਰਦਾ ਹੈ। ਦੇਗ ਤੇਗ ਦੋਨੋਂ ਗਹੀ, ਰਾਜ ਜੋਗ ਦੁਏ ਕੀਨ, ਜੋਗ ਭੋਗ ਦੋਨੋਂ ਕੀਏ, ਉੱਤਮ ਪਦਵੀ ਲੀਨ। ਕੁਦਰਤੀ 1783 ਵਿੱਚ ਲੰਮੇ ਸਮੇਂ ਤੋਂ ਮੀਂਹ ਨਾ ਪੈਣ ਕਰਕੇ ਦੇਸ਼ ਅੰਦਰ ਕਾਲ ਪੈ ਗਿਆ। ਲੁਕਾਈ ਅੰਦਰ ਭੁੱਖ ਦੁੱਖੋਂ ਹਾਹਾਕਾਰ ਮਚ ਗਈ। ਦੂਜੇ ਪਾਸੇ ਮਿਰਜ਼ਾ ਸਾਫੀ ਜੋ ਸਰਕਾਰ ਦਾ ਸ਼ਾਸਨਪਾਲ ਅਤੇ ਕਮਾਂਡਰ ਇਨ ਚੀਫ ਸੀ, ਜਨਵਰੀ ਤੋਂ ਸਤੰਬਰ 1783 ਤੱਕ ਆਗਰੇ ਵਿਖੇ ਮੁਹੰਮਦ ਬੇਗ ਹਮਦਾਨੀ ਦੀ ਬਗਾਵਤ ਨੂੰ ਦਬਾਉਣ 'ਚ ਰੁੱਝ ਗਿਆ ਸੀ ਅਤੇ ਅੰਤ ਨੂੰ 23 ਸਤੰਬਰ 1783 ਨੂੰ ਹਮਦਾਨੀ ਹੱਥੋਂ ਮਾਰ ਗਿਆ। ਇਸ ਉਪਰੰਤ ਅਫਰਾਸਿਆਬ ਖਾਨ ਸ਼ਾਸਨਪਾਲ ਬਣਿਆ, ਪਰ ਸ਼ਾਫੀ ਦੇ ਭਰਾ ਜੈਨ ਉਲ ਅਬੀਦੀਨ ਖਾਂ ਨੇ ਇਸ ਨੂੰ ਮਾਰ ਮੁਕਾਇਆ। ਇਸ ਤਰ੍ਹਾਂ ਮੁਗਲ ਰਾਜ ਨਿਰਬਲ ਹੋ ਗਿਆ ਸੀ। ਗੁਰਦੁਆਰਾ ਸਾਹਿਬ ਬਣਾਉਣ ਦੇ ਕਾਰਜ ਨੂੰ ਕੇਵਲ 8 ਕੁ ਮਹੀਨਿਆਂ ਵਿੱਚ ਸੰਪੂਰਨ ਕਰਨ ਲਈ ਭਾਈ ਬਘੇਲ ਸਿੰਘ ਭਾਰੀ ਜਹਿਦ ਕਰ ਰਿਹਾ ਸੀ। ਇਹ ਕੰਮ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਗੁਰੂ ਘਰਾਂ ਦੀ ਉਸਾਰੀ ਲਈ ਜਗ੍ਹਾ ਹਥਿਆਉਣੀਆਂ, ਉਸਾਰੀ ਦਾ ਸਾਜੋ ਸਮਾਨ ਇਕੱਠਾ ਕਰਨਾ, ਮਿਸਤਰੀ ਮਜ਼ਦੂਰ ਆਦਿ ਦਾ ਪ੍ਰਬੰਧ ਆਦਿ ਗੰਭੀਰ ਮਸਲੇ ਸਨ। ਪਰ ਇਹ ਗੁਰੂ ਦਾ ਲਾਡਲਾ ਗੁਰਮੁਖ ਪਿਆਰਾ ਅਤੇ ਦੁਲਾਰਾ ਪਤਾ ਨਹੀਂ ਉਸ ਮਾਲਕ ਅੱਗੇ ਇਸ ਕੰਮ ਦੀ ਪੂਰਤੀ ਲਈ ਐਸੀਆਂ ਕਿੰਨੀਆਂ ਕੁ ਅਰਦਾਸਾਂ ਕਰਦਾ ਹੋਵੇਗਾ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੈ ਮੇਰਾ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਕੰਕਨ ਕਵੀ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਪੀਰਾ ਫਕੀਰਾਂ ਦੀ ਮਾਨਤਾ ਦਾ ਖੰਡਨ ਕਰਕੇ ਪ੍ਰਭੂ ਅੱਗੇ ਕੀਤੀ ਅਰਦਾਸ ਦੀ ਮਹਾਨਤਾ ਦਰਸਾਈ ਹੈ। ਪੀਰਨ ਤੇ ਉਹ ਫਕੀਰਨ ਤੇ, ਕੋ ਕਾਮ ਨਾ ਸੋਰਤ ਹੈ ਕਲਮਾਹੀ, ਹੋਏ ਹੈ ਕਾਜ ਬਿਲੰਬ ਬਿਨਾ, ਜਬ ਸੀਖਨ ਪੈ ਅਰਦਾਸ ਕਰਾਹੀ।
ਭਾਈ ਬਘੇਲ ਸਿੰਘ ਨੇ ਪੂਰੀ ਸੁਰੱਖਿਆ ਹੇਠ ਆਪਣਾ ਦਫ਼ਤਰ ਸਬਜ਼ੀ ਮੰਡੀ ਵਿਖੇ ਸਥਾਪਿਤ ਕੀਤਾ। ਇੱਥੇ ਬੈਠ ਕੇ ਗੁਰੂ ਦੀ ਓਟ ਲੈ ਸੁਜਾਨ ਸੱਭਿਅਕ ਅਤੇ ਸਦਾਚਾਰੀ ਸਿੰਘਾਂ ਦੀ ਸਲਾਹ ਨਾਲ ਗੁਰਦੁਆਰਾ ਸਾਹਿਬਾਨ ਉਸਾਰਨ ਦੀ ਸਾਰੀ ਯੋਜਨਾ ਤਿਆਰ ਕੀਤੀ। ਮੁਗਲ ਤਖਤ ਦੀ ਤਲਵਾਰ ਭਾਵੇਂ ਹਰ ਸਮੇਂ ਇਹਨਾਂ ਤੇ ਲਟਕ ਰਹੀ ਸੀ ਅਤੇ ਉਹ ਕਿਸੇ ਸਮੇਂ ਵੀ ਫੌਜੀ ਹਮਲਾ ਕਰਕੇ ਸਿੰਘਾਂ ਦੀ ਮਾਰ ਕੁਟਾਈ ਕਰ ਦਿੱਲੀ ਤੋਂ ਭਜਾ ਸਕਦੇ ਸਨ, ਪਰ ਖਾਲਸੇ ਦੇ ਜਾਹੋ ਜਲਾਲ ਕਾਰਨਾਮਿਆਂ ਅਤੇ ਬਲ ਅੱਗੇ ਐਸੀ ਕਾਰਵਾਈ ਕਰਨ ਤੋਂ ਡਰਦੇ ਸਨ। ਵੱਡੀ ਗੱਲ ਇਹ ਕਿ ਗੁਰੂ ਸਾਹਿਬ ਸਿੱਖਾਂ ਪਾਸੋਂ ਸ਼ੁਭ ਕੰਮ ਕਰਾਉਣ ਲਈ ਬਦੀ ਨੂੰ ਨੱਥ ਪਾ ਦਿੰਦੇ ਹਨ ਅਤੇ ਨੇਕੀ ਨੂੰ ਤਾਕਤ ਬਖਸ਼ਦੇ ਹਨ। ਭਾਵੇਂ ਸਿੰਘ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਅਤੇ ਸੰਸਕਾਰ ਵਾਲੇ ਸਥਾਨ ਤੇ ਗੁਰੂ ਘਰਾਂ ਦਾ ਕੰਮ ਆਰੰਭ ਕਰਨਾ ਚਾਹੁੰਦੇ ਸਨ, ਪਰ ਇਹਨਾਂ ਥਾਵਾਂ ਤੇ ਮੁਗਲਾਂ ਨੇ ਮਸੀਤਾਂ ਉਸਾਰ ਰੱਖੀਆਂ ਸਨ ਜਿਨ੍ਹਾਂ ਨੂੰ ਢਾਉਣ ਨਾਲ ਵੱਡੀ ਸਮੱਸਿਆ ਖੜੀ ਹੋ ਸਕਦੀ ਸੀ। ਅੱਜ ਵੀ ਆਪਾਂ ਦੇਖਦੇ ਹਾਂ ਕਿ ਰਾਮ ਮੰਦਿਰ ਬਣਾਉਣ ਲਈ ਹਿੰਦੂ ਜਥੇਬੰਦੀਆਂ ਨੇ ਲਖਨਊ ਵਿਖੇ 1995 ਵਿੱਚ ਬਾਬਰੀ ਮਸਜਿਦ ਤਾਂ ਢਾਹ ਦਿੱਤੀ ਸੀ, ਪਰ ਮੁਸਲਿਮ ਭਾਈਚਾਰੇ ਵੱਲੋਂ ਇਸ ਦਾ ਵਿਰੋਧ ਕਰਨ ਤੇ 22 ਸਾਲ ਬਾਅਦ ਵੀ ਉੱਥੇ ਰਾਮ ਮੰਦਿਰ ਨਹੀਂ ਬਣ ਸਕਿਆ। ਸੋ ਭਾਈ ਬਘੇਲ ਸਿੰਘ ਨੇ ਪਹਿਲਾਂ ਉਹਨਾਂ ਥਾਵਾਂ ਤੇ ਗੁਰਦੁਆਰੇ ਸਾਰਨੇ ਸ਼ੁਰੂ ਕੀਤੇ ਜਿੱਥੇ ਵਿਰੋਧ ਵਾਲੀ ਕੋਈ ਸਮੱਸਿਆ ਨਹੀਂ ਸੀ, ਪਰ ਉਹਨਾਂ ਥਾਵਾਂ ਤੇ ਕਬਜ਼ਾ ਕਰਨਾ ਵੀ ਬੜਾ ਦਲੇਰੀ, ਹਿੰਮਤ ਅਤੇ ਜ਼ੋਰਾਵਰੀ ਦਾ ਕਦਮ ਸੀ। ਗੁਰਦੁਆਰਾ ਮਾਤਾ ਸੁੰਦਰੀ ਜੀ। ਮਾਤਾ ਸੁੰਦਰੀ ਜੀ ਸੁੰਦਰ ਕੌਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਸਨ। ਇਹਨਾਂ ਨੇ ਤਕਰੀਬਨ 40 ਸਾਲ ਸਿੱਖ ਪੰਥ ਦੀ ਬੜੇ ਸੰਕਟਮਈ ਸਮੇਂ ਅੰਦਰ ਕੇਵਲ ਸੇਵਾ ਹੀ ਨਹੀਂ ਕੀਤੀ, ਸਗੋਂ ਸਿੱਖੀ ਦੇ ਪ੍ਰਚਾਰ ਨੂੰ ਵੀ ਪ੍ਰਚੰਡ ਕੀਤਾ। 1704 ਈਸਵੀ ਵਿੱਚ ਜਦੋਂ ਸਤਿਗੁਰਾਂ ਆਨੰਦਪੁਰੀ ਛੱਡੀ ਅਤੇ ਸਰਸਾ ਨਦੀ ਦੇ ਮੁਗਲ ਫੌਜ ਵੱਲੋਂ ਸਭ ਅਸੂਲ, ਵਾਅਦੇ, ਕਾਇਦੇ, ਕਾਨੂੰਨ ਅਤੇ ਖਾਦੀਆਂ ਸੌਹਾਂ ਛਿੱਕੇ ਤੇ ਟੰਗ ਅਚਨਚੇਤ ਹਮਲਾ ਕਰ ਦਿੱਤਾ ਤਾਂ ਸਰਸਾ ਨਦੀ ਕਿਨਾਰੇ ਪਰਿਵਾਰ ਵਿਛੋੜਾ ਹੋ ਗਿਆ। ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਸਰਬੱਤ ਖਾਲਸੇ ਦੀ ਮਾਤਾ ਭਾਈ ਮਨੀ ਸਿੰਘ ਨਾਲ ਦਿੱਲੀ ਪਹੁੰਚ ਗਈਆਂ। ਉੱਥੇ ਇਹਨਾਂ ਅਜਮੇਰੀ ਗੇਟ ਕੋਲ ਕੂਚਾ ਦਿਲਵਾਲੀ ਬਾਜ਼ਾਰ ਤੇਲੀਆਂ ਵਿਖੇ ਭਾਈ ਜਵਾਹਰ ਸਿੰਘ ਦੀ ਹਵੇਲੀ ਵਿਖੇ ਨਿਵਾਸ ਕੀਤਾ। ਸਿੱਖ ਸੰਗਤਾਂ ਨੇ ਬੜੀ ਸ਼ਰਧਾ ਨਾਲ ਮਾਤਾਵਾਂ ਦੀ ਸੇਵਾ ਸੰਭਾਲ ਕੀਤੀ। ਮੁਕਤਸਰ ਦੀ ਜੰਗ ਪਿੱਛੋਂ ਜਦੋਂ ਗੁਰੂ ਜੀ ਸਾਬੋ ਦੀ ਤਲਵੰਡੀ ਦਮਦਮਾ ਸਾਹਿਬ ਪਹੁੰਚੇ ਤਾਂ ਸਾਈਂ ਦੀਆਂ ਰਹਿਮਤਾਂ ਹਾਸਲ ਕਰਨ ਲਈ ਮਾਤਾਵਾਂ ਇੱਥੇ ਪਹੁੰਚੀਆਂ। ਮਿਲ ਕੇ ਜੰਗਾਂ ਯੁੱਧਾਂ ਵਿੱਚ ਹੋਈਆਂ ਖੁਆਰੀਆਂ ਅਤੇ ਦਿਲ ਦੇ ਟੁਕੜਿਆਂ ਭਾਵ ਚਾਰੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਬਾਰੇ ਗੱਲਬਾਤ ਦੌਰਾਨ ਬੜਾ ਵੈਰਾਗ ਅਤੇ ਦੁੱਖ ਉਤਪੰਨ ਹੋਇਆ, ਪਰ ਗੁਰੂ ਸਾਹਿਬ ਨੇ ਦਿਲਾਸਾ ਦਿੱਤਾ ਕਿ ਪੁੱਤਰਾਂ ਦੀ ਸ਼ਹਾਦਤ ਖਾਲਸਾ ਪੰਥ ਨੂੰ ਬੁਲੰਦੀਆਂ ਤੇ ਪਹੁੰਚਾਏਗੀ ਅਤੇ ਮੁੱਖ ਇਹ ਬਚਨ ਉਚਾਰੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਗੁਰੂ ਸਾਹਿਬ ਨੇ ਖਾਲਸੇ ਨੂੰ ਆਪਣਾ ਨਾਦੀ ਪੁੱਤਰ ਆਖਿਆ। ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰ ਸ਼ਾਹ ਦੀ ਉਸ ਦੇ ਭਰਾ ਤਾਰਾ ਆਜ਼ਮ ਨਾਲ ਹੋਈ ਜੰਗ ਵਿੱਚ ਮਦਦ ਕੀਤੀ ਅਤੇ ਬਹਾਦਰ ਸ਼ਾਹ ਨੂੰ ਤਖਤ ਦਿਵਾਇਆ। ਦਿੱਲੀ ਤੋਂ ਮਾਤਾ ਸਾਹਿਬ ਕੌਰ ਤਾਂ ਗੁਰੂ ਜੀ ਨਾਲ ਨਾਂਦੇੜ ਸ਼੍ਰੀ ਅਬਚਲ ਨਗਰ ਚਲੀ ਗਈ ਅਤੇ ਮਾਤਾ ਸੁੰਦਰੀ ਜੀ ਨੂੰ ਸਤਿਗੁਰਾਂ ਦਿੱਲੀ ਰਹਿ ਕੇ ਖਾਲਸਾ ਪੰਥ ਦੀ ਸੇਵਾ ਕਰਨ ਦਾ ਆਦੇਸ਼ ਦਿੱਤਾ। ਕੁਝ ਸਮਾਂ ਪਿੱਛੋਂ ਆਪਣਾ ਅੰਤਲਾ ਸਮਾਂ ਨੇੜੇ ਜਾਣ ਮਾਤਾ ਸਾਹਿਬ ਕੌਰ ਨੂੰ 5 ਸ਼ਸਤਰ ਸ਼੍ਰੀ ਸਾਹਿਬ, ਕਟਾਰ, ਜਮਦਾੜ, ਕਿਰਪਾਨ ਅਤੇ ਤੀਰ ਬਖਸ਼ ਕੇ ਦਿੱਲੀ ਵੱਲ ਤੋਰ ਦਿੱਤਾ। ਜਦੋਂ ਮਾਤਾ ਜੀ ਨੇ ਕਿਹਾ ਕਿ ਮੇਰਾ ਤੁਹਾਡੇ ਤੋਂ ਵਿਛੜਨ ਲਈ ਜੀ ਨਹੀਂ ਕਰਦਾ ਅਤੇ ਇੱਥੇ ਮੈਂ ਹਰ ਰੋਜ਼ ਤੁਹਾਡੇ ਦਰਸ਼ਨ ਕਰਦੀ ਹਾਂ, ਤਾਂ ਸਤਿਗੁਰਾਂ ਫਰਮਾਇਆ, ਇਹਨਾਂ ਸ਼ਸਤਰਾਂ ਦਾ ਸਤਿਕਾਰ ਕਰਨਾ, ਇਹਨਾਂ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਸਤਿਗੁਰਾਂ ਨੇ ਦੋਨਾਂ ਮਹਿਲਾਂ ਨੂੰ ਸਿੱਖ ਪੰਥ ਦੀਆਂ ਸੰਗਤਾਂ ਪ੍ਰਤੀ ਹੁਕਮਨਾਮੇ ਭੇਜਣ ਲਈ ਅਧਿਕਾਰ ਦਿੱਤੇ। ਇਹਨਾਂ ਹੁਕਮਨਾਮਿਆਂ ਵਿੱਚ ਗੁਰਸਿੱਖਾਂ ਨੂੰ ਆਪਣਾ ਦਸਵੰਧ ਦਿੱਲੀ ਵਿਖੇ ਭੇਜਣ ਦੀ ਪ੍ਰੇਰਨਾ ਦਰਜ ਹੈ ਅਤੇ ਇਹ ਧਨ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਾਂ ਲਈ ਵਰਤਣ ਦੇ ਆਦੇਸ਼ ਸਨ। ਇਹਨਾਂ ਵਿੱਚੋਂ 9 ਹੁਕਮਨਾਮੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਅਤੇ ਡਾਕਟਰ ਗੰਡਾ ਸਿੰਘ ਵੱਲੋਂ ਸੰਪਾਦਿਤ ਪੁਸਤਕ ਹੁਕਮਨਾਮੇ ਵਿੱਚ ਛਪੇ ਮਿਲਦੇ ਹਨ, ਜਿਸ ਦਾ ਸਮਾਂ 1726 ਤੋਂ 1734 ਈਸਵੀ ਤੱਕ ਦਾ ਹੈ। ਮੁਗਲ ਕਾਲ ਦੌਰਾਨ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਦਿੱਲੀ ਵਿੱਚ ਇਸ ਕਰਕੇ ਵੱਧ ਸੁਰੱਖਿਅਤ ਸਨ ਕਿਉਂਕਿ ਬਾਦਸ਼ਾਹ ਬਹਾਦਰ ਸ਼ਾਹ ਨੂੰ ਰਾਜ ਭਾਗ ਦਿਵਾਉਣ ਲਈ ਗੁਰੂ ਸਾਹਿਬ ਨੇ ਜੰਗ ਵਿੱਚ ਮਦਦ ਕੀਤੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਲੋਕ ਗਮਨ ਉਪਰੰਤ ਸਿੱਖਾਂ ਅੰਦਰ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਦਾ ਭਾਰੀ ਸਨਮਾਨ ਸੀ ਅਤੇ ਹਰ ਗੁਰੂ ਨਾਨਕ ਨਾਮ ਲੇਵਾ ਉਹਨਾਂ ਦੇ ਹੁਕਮਾਂ ਤੇ ਫੁੱਲ ਚੜਾਉਂਦਾ ਸੀ। ਮਾਤਾ ਸੁੰਦਰ ਕੌਰ ਨੇ ਭਾਈ ਮਨੀ ਸਿੰਘ ਨੂੰ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਥਾਪਿਆ ਸੀ। ਬਾਦਸ਼ਾਹ ਬਹਾਦਰ ਸ਼ਾਹ ਦੀ ਅਕਿਰਤਕੰਤਾ ਤੱਕੋ ਗੁਰੂ ਸਾਹਿਬ ਨਾਲ ਕੀਤੇ ਉਹਨਾਂ ਵਾਅਦਿਆਂ ਕਿ ਮੈਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਾਉਣ ਵਾਲੇ ਦੋਸ਼ੀਆਂ ਨੂੰ ਤੁਹਾਡੇ ਹਵਾਲੇ ਕਰਾਂਗਾ ਤੋਂ ਮੁੱਕਰ ਗਿਆ।
ਜਦੋਂ ਗੁਰੂ ਸਾਹਿਬ ਦਾ ਭੇਜਿਆ ਬੰਦਾ ਸਿੰਘ ਬਹਾਦਰ ਦੁਸ਼ਟਾਂ ਦੀ ਸੁਧਾਈ ਲਈ ਪੰਜਾਬ 'ਚ ਪਹੁੰਚ ਗਿਆ। ਇਸ ਨੇ ਮਾਤਾਵਾਂ ਨੂੰ ਕੈਦੀ ਬਣਾ ਕੇ ਉਹਨਾਂ ਤੇ ਜ਼ੋਰ ਪਾਇਆ ਤੇ ਪੱਤਰ ਲਿਖਵਾਏ ਕਿ ਬੰਦਾ ਮੁਗਲ ਰਾਜ ਦੇ ਸ਼ਹਿਰਾਂ ਤੇ ਹਮਲਾ ਨਾ ਕਰੇ, ਪਰ ਬੰਦੇ ਨੇ ਉੱਤਰ ਵਿੱਚ ਲਿਖਿਆ ਕਿ ਮੈਂ ਤਾਂ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਚੱਲ ਰਿਹਾ ਹਾਂ ਤੇ ਇਸੇ ਵਿੱਚ ਹੀ ਖਾਲਸੇ ਦਾ ਭਲਾ ਹੈ। ਸਰਕਾਰ ਨੇ ਐਸੀਆਂ ਖਬਰਾਂ ਵੀ ਫੈਲਾਈਆਂ ਕਿ ਮਾਤਾ ਸੁੰਦਰ ਕੌਰ ਨੇ ਉਸ ਦਾ ਹੁਕਮ ਨਾ ਮੰਨਣ ਕਰਕੇ ਉਸ ਨੂੰ ਸਿੱਖ ਪੰਥ ਵਿੱਚੋਂ ਖਾਰਜ ਕਰ ਦਿੱਤਾ ਹੈ। ਕਈ ਲਿਖਾਰੀਆਂ ਨੇ ਵੀ ਇਹ ਝੂਠੀਆਂ ਗੱਲਾਂ ਆਪਣੀਆਂ ਲੇਖਣੀਆਂ ਵਿੱਚ ਲਿਖ ਦਿੱਤੀਆਂ। ਸਮਝਣ ਵਾਲੀ ਗੱਲ ਹੈ ਕਿ ਮਾਤਾ ਸੁੰਦਰ ਕੌਰ ਉਹਨਾਂ ਦੁਸ਼ਟਾਂ ਦੀ ਮਦਦ ਤੇ ਕਿਵੇਂ ਆ ਸਕਦੀ ਸੀ ਜਿਨ੍ਹਾਂ ਨੇ ਉਸ ਨੂੰ ਕੈਦੀ ਬਣਾਇਆ ਹੋਇਆ ਸੀ। ਕਿ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦੁੱਖ ਨਹੀਂ ਸੀ? ਇਹ ਸਵਾਲ ਦਰਸਾ ਰਹੇ ਹਨ ਕਿ ਮਾਤਾ ਸੁੰਦਰ ਕੌਰ ਨੇ ਕਦੇ ਵੀ ਬੰਦੇ ਦੀ ਵਿਰੋਧਤਾ ਨਹੀਂ ਕੀਤੀ ਹੋਵੇਗੀ। ਸਮੇਂ ਦੀਆਂ ਸਰਕਾਰਾਂ ਦਾ ਇਹ ਕੰਮ ਹੁੰਦਾ ਹੈ ਕਿ ਉਹ ਆਪਣਾ ਉੱਲੂ ਸਿੱਧਾ ਕਰਨ ਲਈ ਵੰਡੀਆਂ ਪਾਉਣ ਦਾ ਯਤਨ ਕਰਦੀਆਂ ਹਨ। ਐਸੀਆਂ ਫੁੱਟ ਪਾਓ ਨੀਤੀਆਂ ਸੱਚ ਨੂੰ ਅੱਖੋਂ ਪਰੋਖੇ ਕਰਕੇ ਇਤਿਹਾਸ ਵਿਗਾੜ ਦਿੰਦੀਆਂ ਹਨ। ਮਾਤਾ ਸੁੰਦਰ ਕੌਰ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਬਚਪਨ ਵਿੱਚ ਸਿੱਖੀ ਅਸੂਲਾਂ ਅਨੁਸਾਰ ਪਾਲਣਾ ਪੋਸ਼ਣਾ ਕੀਤੀ। ਉਪਰੰਤ ਇਸ ਨੂੰ ਦਲ ਖਾਲਸਾ ਦੇ ਪ੍ਰਧਾਨ ਨਵਾਬ ਕਪੂਰ ਸਿੰਘ ਦੇ ਹਵਾਲੇ ਕਰ ਦਿੱਤਾ। ਮਾਤਾ ਜੀ ਦੀ ਮਿਹਰ, ਅਸੀਸ ਅਤੇ ਆਸ਼ੀਰਵਾਦ ਸਦਕਾ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਮਹਾਨ ਜਰਨੈਲ ਅਤੇ ਪਾਤਸ਼ਾਹ ਦਾ ਦਰਜਾ ਪ੍ਰਾਪਤ ਹੋਇਆ। ਮਾਤਾਵਾਂ ਨੇ ਗੁਰੂ ਗੁਰੂ ਕਰਦਿਆਂ ਸਵਾਸ ਸਵਾਸ ਸਿਮਰਨ ਵਿੱਚ ਬਤੀਤ ਕੀਤਾ। ਦਿੱਲੀ ਰਹਿ ਕੇ ਪੰਥ ਦੀ ਸੁਚੱਜੀ ਰਹਿਨੁਮਾਈ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਬਾਣੀ ਅਤੇ ਸਾਹਿਤ ਦੀ ਸੰਭਾਲ ਦਾ ਕੰਮ ਬੜੀ ਹੀ ਕੁਸ਼ਲਤਾ ਨਾਲ ਨਿਭਾਇਆ। ਸਤਿਗੁਰੂ ਵੱਲੋਂ ਬਖਸ਼ੇ ਸ਼ਸਤਰਾਂ ਨੂੰ ਬਹੁਤ ਹੀ ਸਤਿਕਾਰ ਨਾਲ ਪਲੰਘ ਤੇ ਬਿਰਾਜਮਾਨ ਕਰਕੇ ਰੱਖਿਆ ਅਤੇ ਨਮਸਕਾਰਾਂ ਨਿਤਾਪ੍ਰਤ ਕੀਤੀਆਂ। ਜੀ ਐਸ ਰਣਧੀਰ ਦੀ ਪੁਸਤਕ ਸਿੱਖ ਸ਼ਰਾਈਨਜ਼ ਇਨ ਇੰਡੀਆ ਅਨੁਸਾਰ ਮਾਤਾ ਸੁੰਦਰ ਕੌਰ 1747 ਈਸਵੀ ਵਿੱਚ ਸੱਚਖੰਡ ਗਮਨ ਹੋਏ। ਗਿਆਨੀ ਠਾਕਰ ਸਿੰਘ ਦੀ ਪੁਸਤਕ ਸ਼੍ਰੀ ਗੁਰਦੁਆਰੇ ਦਰਸ਼ਨ ਅਨੁਸਾਰ ਮਾਤਾ ਸਾਹਿਬ ਕੌਰ ਸੰਮਤ 1804 ਬਿਕਰਮੀ ਮਹੀਨਾ ਅੱਸੂ ਦਿਨ 27 1747 ਈਸਵੀ ਨੂੰ ਦਿੱਲੀ ਹਵੇਲੀ ਵਿਖੇ ਪਰਲੋਕ ਸਿਧਾਰੇ। ਦੋਵੇਂ ਮਾਤਾਵਾਂ ਮਾਨੋ ਅਰਸ਼ ਤੋਂ ਫਰਸ਼ ਤੇ ਆਈਆਂ ਕੁਦਰਤ ਦਾ ਨੂਰ ਸਨ। ਇਹਨਾਂ ਦੇ ਨਿਆਰੇਪਣ ਨੇ ਸਿੱਖੀ ਅੰਦਰ ਚੜ੍ਹਦੀ ਕਲਾ ਦੀ ਕਰਾਮਾਤੀ ਸ਼ਕਤੀ ਭਰ ਦਿੱਤੀ। ਮਾਤਾਵਾਂ ਦਾ ਸੰਸਕਾਰ ਜਮਨਾ ਨਦੀ ਦੇ ਕਿਨਾਰੇ ਕੀਤਾ ਗਿਆ ਸੀ, ਜਿੱਥੇ ਗੁਰਦੁਆਰਾ ਬਾਲਾ ਸਾਹਿਬ ਸੁਸ਼ੋਭਿਤ ਹੈ। ਭਾਈ ਬਘੇਲ ਸਿੰਘ ਨੇ ਅਰਦਾਸ ਕਰ ਅਤੇ ਕੜਾਹ ਪ੍ਰਸ਼ਾਦ ਵਰਤਾ ਮਾਤਾਵਾਂ ਦੇ ਨਿਵਾਸ ਵਾਲੀ ਜਗ੍ਹਾ ਤੇ ਗੁਰਦੁਆਰਾ ਮਾਤਾ ਸੁੰਦਰੀ ਜੀ ਉਸਾਰਿਆ ਅਤੇ ਨਿਸ਼ਾਨ ਸਾਹਿਬ ਝੁਲਾ ਦਿੱਤੇ। ਸ਼ਹੀਦ ਰਤਨ ਸਿੰਘ ਜੀ ਭੰਗੂ ਲਿਖਦੇ ਹਨ, ਤੋ ਸਿੰਘ ਜੀ ਕਮ ਡੇਹਰਨ ਤੋਰਾ, ਪ੍ਰਥਮ ਕੀਓ ਜੋ ਹੁਤੋ ਕਮ ਥੋੜਾ, ਜਹਾਂ ਮਾਤ ਥੀ ਦੋਊ ਰਹੀ, ਜਗ੍ਹਾ ਪਿਹੜੇ ਕੀ ਤਹਿ ਬਨਵਾਈ, ਹੁਤੀ ਸਾਹਿਬ ਦੇਵੀ ਓ ਸੁੰਦਰੀ ਮਾਤ, ਗੁਰਪਤਨੀ ਸਭ ਜਗ ਵਿਖਿਆਤ, ਸ਼੍ਰੀ ਹਰਿ ਕ੍ਰਿਸ਼ਨ ਸਮਾਦ ਆਦ ਜਹੀ, ਜਮਨਾ ਢਿਗ ਗੱਡ ਝੰਡੇ ਤਰਤਹੀ। ਗੁਰੂ ਜੀ ਦੇ ਭੇਟ ਕੀਤੇ ਹੋਏ ਸ਼ਸਤਰ ਭਾਈ ਜੀਵਨ ਸਿੰਘ ਅਤੇ ਉਸ ਦੀ ਬੰਸ ਨੇ ਆਪਣੇ ਗ੍ਰਹਿ ਵਿਖੇ, ਜਿਹੜਾ ਮਟੀਆ ਬਾਜ਼ਾਰ ਵਿੱਚ ਚਿੱਟੀ ਕਬਰ ਮੋਹਲਾ ਅੰਦਰ ਹੈ, ਬਹੁਤ ਹੀ ਸ਼ਰਧਾ ਨਾਲ ਸੰਭਾਲੇ। ਇਹਨਾਂ ਵਿੱਚੋਂ ਕੁਝ ਅੱਜ ਕੱਲ੍ਹ ਮਾਤਾ ਸੁੰਦਰ ਕੌਰ ਜੀ ਦੇ ਗੁਰਦੁਆਰੇ ਸਾਹਿਬ ਵਿਖੇ ਸੁਸ਼ੋਭਿਤ ਹਨ। ਗੁਰਦੁਆਰਾ ਬਾਲਾ ਸਾਹਿਬ। ਇਹ ਗੁਰਦੁਆਰਾ ਸਾਹਿਬ 8ਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਹੈ, ਜਿੱਥੇ ਉਹ ਪਰਲੋਕ ਸਿਧਾਰੇ। ਭਾਈ ਬਘੇਲ ਸਿੰਘ ਨੇ ਇਸ ਸਥਾਨ ਗੁਰੂ ਜੀ ਦੇ ਸੰਸਕਾਰ ਵਾਲੀ ਜਗ੍ਹਾ ਤੇ ਗੁਰਦੁਆਰਾ 1783 ਈਸਵੀ ਨੂੰ ਬਣਵਾਇਆ। ਇਹ ਗੁਰਦੁਆਰਾ ਮਹਾਰਾਣੀ ਬਾਗ ਦੇ ਸਾਹਮਣੇ ਰਿੰਗ ਰੋਡ ਤੇ ਸਥਿਤ ਹੈ। ਪਹਿਲਾਂ ਪਹਿਲ ਜਮਨਾ ਇਸ ਦੇ ਨਾਲ ਹੀ ਵਗਦੀ ਸੀ, ਪਰ ਸਮਾਂ ਪੈਣ ਤੇ ਸ਼ਹਿਰ ਦੇ ਵਾਧੇ ਕਾਰਨ ਇਸ ਦਾ ਵਹਾਅ ਬਦਲ ਗਿਆ। ਔਰੰਗਜ਼ੇਬ ਬਾਦਸ਼ਾਹ ਦਾ ਭਰਾ ਦਾਰਾ ਸ਼ਿਕੋ ਬਾਗੀ ਹੋ ਕੇ ਪੰਜਾਬ ਵੱਲ ਆਇਆ। ਦਿੱਲੀ ਪਤੀ ਨੇ ਉਸ ਨੂੰ ਖਬਰ ਦਿੱਤੀ ਕਿ ਸ੍ਰੀ ਗੁਰੂ ਹਰ ਰਾਏ ਨੇ ਦਾਰਾ ਸ਼ਿਕੋ ਦੀ ਮਦਦ ਕੀਤੀ ਹੈ। ਬਾਦਸ਼ਾਹ ਨੇ ਸਤਿਗੁਰਾਂ ਨੂੰ ਦਿੱਲੀ ਬੁਲਾਇਆ। ਉਹ ਆਪ ਤਾਂ ਨਾ ਗਏ, ਆਪਣੇ ਸਪੁੱਤਰ ਸ੍ਰੀ ਰਾਮ ਰਾਏ ਜੀ ਨੂੰ ਭੇਜ ਦਿੱਤਾ। ਭਾਵੇਂ ਉੱਥੇ ਜਾ ਕੇ ਰਾਮ ਰਾਏ ਨੇ ਕਾਫੀ ਸਿਆਣਪ ਨਾਲ ਬਾਦਸ਼ਾਹ ਦੀਆਂ ਗਲਤਫਹਿਮੀਆਂ ਦੂਰ ਕੀਤੀਆਂ, ਪਰ ਦਿੱਲੀ ਦਰਬਾਰ 'ਚ ਰਹਿਣ ਕਰਕੇ ਕਰਾਮਾਤਾਂ ਵੀ ਦਿਖਾਉਣੀਆਂ ਆਰੰਭ ਕਰ ਦਿੱਤੀਆਂ ਅਤੇ ਗੁਰਬਾਣੀ ਦੀ ਤੁਕ ਮਿੱਟੀ ਮੁਸਲਮਾਨ ਕੀ ਪੈੜੇ ਪਈ ਘੁਮਿਆਰ ਦੀ ਥਾਂ ਮਿੱਟੀ ਬੇਈਮਾਨ ਕੀ ਪੈੜੇ ਪਈ ਘੁਮਿਆਰ ਕਰ ਦਿੱਤੀ। ਜਿਉਂ ਹੀ ਸਤਿਗੁਰਾਂ ਨੂੰ ਗੁਰਬਾਣੀ 'ਚ ਬਦਲਾ ਕਰਨ ਦਾ ਪਤਾ ਲੱਗਿਆ, ਉਸ ਉਪਰੰਤ ਉਹਨਾਂ ਰਾਮ ਰਾਏ ਨੂੰ ਮੂੰਹ ਨਹੀਂ ਲਾਇਆ ਅਤੇ ਬਚਨ ਕੀਤਾ ਕਿ ਸਾਡੇ ਪਿੱਛੋਂ ਗੁਰਗੱਦੀ ਦੇ ਹੱਕਦਾਰ ਸ੍ਰੀ ਹਰਕ੍ਰਿਸ਼ਨ ਜੀ ਹੋਣਗੇ।
ਸੱਚੇ ਪਾਤਸ਼ਾਹ 6 ਅਕਤੂਬਰ 1661 ਨੂੰ ਕੀਰਤਪੁਰ ਵਿਖੇ ਜੋਤੀ ਜੋਤ ਸਮਾ ਗਏ। 2 ਦਿਨ ਪਿੱਛੋਂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਗੁਰਗੱਦੀ ਤੇ ਬੈਠੇ। ਰਾਮ ਰਾਏ ਨੂੰ ਜਿਉਂ ਹੀ ਖਬਰ ਮਿਲੀ ਕਿ ਗੁਰਗੱਦੀ ਮੇਰੇ ਛੋਟੇ ਭਰਾ ਨੂੰ ਮਿਲ ਗਈ ਹੈ ਤਾਂ ਮਨ ਵਿੱਚ ਭਾਰੀ ਰੋਸ ਕੀਤਾ। ਇਸ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਗੱਦੀ ਤੋਂ ਲਾਹੁਣ ਲਈ ਔਰੰਗਜ਼ੇਬ ਬਾਦਸ਼ਾਹ ਦੀ ਮਦਦ ਲਈ, ਜਿਹੜਾ ਅੱਤ ਦਾ ਜਨੂੰਨੀ ਸੀ। ਇਤਿਹਾਸਕ ਗਾਥਾਵਾਂ ਅਨੁਸਾਰ 7ਵੇਂ ਪਾਤਸ਼ਾਹ ਜੀ ਨੇ ਸ੍ਰੀ ਹਰਕ੍ਰਿਸ਼ਨ ਜੀ ਨੂੰ ਜਿਉਂਦੇ ਜੀ ਇਹ ਕਹਿ ਦਿੱਤਾ ਸੀ, ਪੁੱਤਰ ਤੂੰ ਕਦੇ ਵੀ ਔਰੰਗਜ਼ੇਬ ਨੂੰ ਨਹੀਂ ਮਿਲਣਾ। ਰਾਮ ਰਾਏ ਦੇ ਜ਼ੋਰ ਪਾਉਣ ਤੇ ਬਾਦਸ਼ਾਹ ਨੇ ਬਾਲ ਗੁਰਾਂ ਨੂੰ ਦਿੱਲੀ ਪਹੁੰਚਣ ਲਈ ਸੁਨੇਹਾ ਭੇਜਿਆ। ਪਹਿਲਾਂ ਤਾਂ ਗੁਰੂ ਜੀ ਨੇ ਇਸ ਸੰਬੰਧੀ ਜਵਾਬ ਦੇ ਦਿੱਤਾ, ਪਰ ਦਿੱਲੀ ਸਰਕਾਰ ਵੱਲੋਂ ਮਿਰਜ਼ਾ ਰਾਜਾ ਜੈ ਸਿੰਘ ਨੇ ਕੀਰਤਪੁਰ ਆ ਕੇ ਗੁਰੂ ਸਾਹਿਬ ਨੂੰ ਇਹ ਭਰੋਸਾ ਦਿੱਤਾ ਕਿ ਮੈਂ ਤੁਹਾਨੂੰ ਔਰੰਗਜ਼ੇਬ ਦੇ ਅੱਗੇ ਪੇਸ਼ ਨਹੀਂ ਹੋਣ ਦਿਆਂਗਾ। ਤਾਂ ਗੁਰੂ ਜੀ ਉਸ ਨਾਲ ਦਿੱਲੀ ਵੱਲ ਰਵਾਨਾ ਹੋਏ। ਦਿੱਲੀ ਪਹੁੰਚ ਕੇ ਸੱਚੇ ਪਾਤਸ਼ਾਹ ਕੁਝ ਸਮਾਂ ਤਾਂ ਰਾਜਾ ਜੈ ਸਿੰਘ ਦੇ ਮਹਿਲ 'ਚ ਰਹੇ। ਉਨੀ ਦਿਨੀ ਸ਼ਹਿਰ 'ਚ ਹੈਜ਼ਾ ਅਤੇ ਛੋਟੀ ਮਾਤਾ ਦੀ ਬਿਮਾਰੀ ਭਿਆਨਕ ਰੂਪ ਧਾਰ ਗਈ। ਇਹ ਦੇਖ ਸਤਿਗੁਰਾਂ ਨੇ ਮਰੀਜ਼ਾਂ ਦੇ ਇਲਾਜ ਲਈ ਜਮਨਾ ਦੇ ਕਿਨਾਰੇ ਤੰਬੂ ਲਵਾ ਲਿਆ। ਬਿਮਾਰ ਮਰੀਜ਼ਾਂ ਨੂੰ ਦਵਾਈਆਂ ਦੇਣੀਆਂ ਆਰੰਭ ਕਰ ਦਿੱਤੀਆਂ। ਪੀੜਤ ਲੋਕਾਂ ਦੀ ਹਾਲਤ ਉਹਨਾਂ ਤੋਂ ਜ਼ਰੀ ਨਹੀਂ ਸੀ ਜਾ ਰਹੀ। ਸਤਿਗੁਰ ਸਭ ਦਾ ਭਲਾ ਲੋੜਦਾ ਹੈ ਤੇ ਪਰਉਪਕਾਰ ਲਈ ਲੋਕਾਈ ਦੇ ਦੁੱਖ ਆਪਣੇ ਤੇ ਲੈ ਲੈਂਦਾ ਹੈ। ਕੀ ਹਿੰਦੂ, ਕੀ ਮੁਸਲਮਾਨ, ਕੀ ਸਿੱਖ ਆਦਿ ਸਭ ਨੂੰ ਗੁਰੂ ਜੀ ਦਿਲਾਸਾ ਦੇ ਰਹੇ ਸੀ ਅਤੇ ਇਲਾਜ ਕਰੀ ਜਾ ਰਹੇ ਸੀ। ਅੰਤ ਨੂੰ ਇਹ ਬਿਮਾਰੀ ਪ੍ਰਭੂ ਚਰਨਾਂ 'ਚ ਜੋਦੜੀ ਕਰ ਆਪਣੇ ਸਰੀਰ ਤੇ ਲੈ ਲਈ। ਗੁਰੂ ਜੀ ਦਾ ਸਰੀਰ ਮਾਤਾ ਨਾਲ ਭਰ ਗਿਆ। ਅਖੀਰ 30 ਮਾਰਚ 1664 ਈਸਵੀ ਨੂੰ ਗੁਰੂ ਜੀ ਸੰਸਕਾਰ ਯਾਤਰਾ ਕਰਕੇ ਚਲੇ ਗਏ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਕਹਿ ਦਿੱਤਾ, ਬਾਬਾ ਬਕਾਲੇ ਭਾਵ ਸਾਡੇ ਤੋਂ ਪਿੱਛੋਂ ਸਾਡੇ ਬਾਬਾ ਜੀ ਤੇਗ ਬਹਾਦਰ ਗੁਰਗੱਦੀ ਸੰਭਾਲਣਗੇ। ਸ਼ਹਿਰ 'ਚ ਬਿਮਾਰੀ ਦਾ ਪ੍ਰਕੋਪ ਵੀ ਖਤਮ ਹੋ ਗਿਆ। ਸਥਾਪਿਤ ਕੀਤੇ ਤੰਬੂ ਦੇ ਕੋਲ ਹੀ ਜਮਨਾ ਕਿਨਾਰੇ ਗੁਰੂ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਸੀ। ਹਿੰਦੂ ਭਰਾ ਗੁਰੂ ਸਾਹਿਬ ਨੂੰ ਬਾਲ ਮੁਕੰਦ ਆਖ ਕੇ ਯਾਦ ਕਰ ਰਹੇ ਸਨ, ਜਦਕਿ ਮੁਸਲਮਾਨ ਭਰਾ ਬਾਲ ਪੀਰ ਕਹਿ ਕੇ ਉਹਨਾਂ ਦੇ ਗੁਣ ਗਾ ਰਹੇ ਸਨ। ਗੁਰੂ ਜੀ ਦੇ ਸਿੱਖ ਉਹਨਾਂ ਨੂੰ ਹੁਣ ਵੀ ਬਾਲਾ ਪ੍ਰੀਤਮ ਦੇ ਨਾਂ ਨਾਲ ਯਾਦ ਕਰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 8ਵੇਂ ਗੁਰਾਂ ਦੀ ਉਸਤਤੀ ਇੰਜ ਗਾਇਨ ਕੀਤੀ ਹੈ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਭਾਵ ਅਸ਼ਟਮ ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਯਾਦ ਕਰਨ ਨਾਲ ਉਹਨਾਂ ਦੇ ਦਰਸ਼ਨ ਹੋ ਜਾਂਦੇ ਹਨ ਅਤੇ ਦਰਸ਼ਨ ਹੋਣ ਨਾਲ ਹਰ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ, ਅਰਥਾਤ ਉਹ ਸੰਕਟ ਹਰਨ ਗੁਰੂ ਜੀ ਹਨ। ਗੁਰਦੁਆਰਾ ਬਾਲਾ ਸਾਹਿਬ ਜੀ ਦਾ ਬਹੁਤ ਵੱਡਾ ਮਹਾਤਮ ਇਹ ਹੈ ਕਿ ਇੱਥੇ ਹੀ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਦਾ ਸੰਸਕਾਰ ਹੋਇਆ ਸੀ। ਅੱਜ ਕੱਲ੍ਹ ਗੁਰਦੁਆਰਾ ਸਾਹਿਬ ਦੇ ਮੁੱਖ ਦਰਬਾਰ ਹਾਲ ਦੇ ਨਾਲ ਲੱਗਦੇ ਛੋਟੇ ਕਮਰੇ ਵਿੱਚ ਮਾਤਾ ਸਾਹਿਬ ਕੌਰ ਦੀ ਸਮਾਧੀ ਬਣੀ ਹੋਈ ਹੈ, ਜਦਕਿ ਮਾਤਾ ਸੁੰਦਰ ਕੌਰ ਦੀ ਸਮਾਧੀ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਵਿੱਚ ਹੈ। ਹਜ਼ਾਰਾਂ ਹੀ ਸੰਗਤਾਂ ਇੱਥੇ ਹਰ ਰੋਜ਼ ਨਤਮਸਤਕ ਹੁੰਦੀਆਂ ਹਨ। ਗੁਰਦੁਆਰਾ ਬੰਗਲਾ ਸਾਹਿਬ। ਸ੍ਰੀ ਗੁਰੂ ਹਰਕ੍ਰਿਸ਼ਨ ਜੀ 1664 ਈਸਵੀ ਨੂੰ ਬਾਦਸ਼ਾਹ ਔਰੰਗਜ਼ੇਬ ਦੇ ਸੱਦੇ ਤੇ ਰਾਜਾ ਜੈ ਸਿੰਘ ਅੰਬੇਰ ਜੈਪੁਰ ਦੇ ਦਿੱਲੀ ਵਾਲੇ ਮਹਿਲ ਬੰਗਲੇ ਵਿੱਚ ਆ ਕੇ ਰਹੇ ਸਨ। ਕੁਦਰਤੀ ਰਾਜਾ ਜੈ ਸਿੰਘ ਨੂੰ ਸਿੱਖੀ ਨਾਲ ਪਿਆਰ ਸੀ ਅਤੇ ਸਤਿਗੁਰਾਂ ਨਾਲ ਚੰਗੇ ਸਬੰਧ ਰੱਖਦਾ ਸੀ। ਰਾਜੇ ਦੇ ਬੰਗਲੇ ਵਿੱਚ ਗੁਰੂ ਜੀ ਦੇ ਰਹਿਣ ਕਰਕੇ ਸਰਦਾਰ ਬਘੇਲ ਸਿੰਘ ਨੇ ਉਸਾਰੀ ਸਮੇਂ ਇਸ ਦਾ ਨਾਂ ਗੁਰਦੁਆਰਾ ਬੰਗਲਾ ਸਾਹਿਬ ਰੱਖਿਆ। ਗੁਰਬਾਣੀ ਦਾ ਸ਼ਬਦ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਰਾਜਾ ਜੈ ਸਿੰਘ ਵੱਡੀ ਅਕਲ ਦਾ ਮਾਲਕ ਸੀ। ਜੈਪੁਰ ਵਿਖੇ ਇਸ ਦਾ ਬਣਵਾਇਆ ਹੋਇਆ ਜੰਤਰ ਮੰਤਰ ਬਹੁਤ ਹੀ ਅਚੰਭੇ ਵਾਲਾ ਹੈ। ਇਤਿਹਾਸਕ ਤੱਥਾਂ ਅਨੁਸਾਰ ਇਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵੀ ਕੀਤੀ ਸੀ। ਤਲਵੰਡੀ ਸਾਬੋ ਵਿਖੇ ਸਤਿਗੁਰਾਂ ਨੇ ਜਿਨ੍ਹਾਂ 48 ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸਰਵਣ ਕਰਾਈ ਸੀ, ਰਾਜਾ ਜੈ ਸਿੰਘ ਉਹਨਾਂ 'ਚ ਸ਼ਾਮਲ ਸੀ। ਰਾਜੇ ਨੇ ਆਪਣੇ ਮਹਿਲਾਂ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਰੂਹਾਨੀ ਤਾਕਤ ਪਰਖਣ ਲਈ ਆਪਣੀ ਰਾਣੀ ਨੂੰ ਗੋਲੀਆਂ ਵਾਲੇ ਕੱਪੜੇ ਪਹਿਨਾ ਕੇ ਕੁਝ ਇਸਤਰੀਆਂ ਵਿੱਚ ਬਿਠਾ ਦਿੱਤਾ। ਅੰਤਰਜਾਮੀ ਗੁਰੂ ਸਾਹਿਬ ਨੇ ਪੁੱਛਿਆ, ਰਾਜਾ ਜੀ ਤੁਹਾਡੀ ਰਾਣੀ ਕਿੱਥੇ ਹੈ? ਜੈ ਸਿੰਘ ਨੇ ਕਿਹਾ, ਮਹਾਰਾਜ ਲੱਭਣਾ ਕਰੋ, ਉਹ ਕਿੱਥੇ ਬੈਠੀ ਹੈ। ਸਤਿਗੁਰਾਂ ਨੇ ਇਸਤਰੀਆਂ ਵਿੱਚ ਜਾ ਕੇ ਆਪਣੇ ਹੱਥ ਵਿੱਚ ਫੜੀ ਛੜੀ ਰਾਣੀ ਦੇ ਸਿਰ ਤੇ ਜਾ ਟਿਕਾਈ। ਇੰਜ ਜੈ ਸਿੰਘ ਨੂੰ ਭਰੋਸਾ ਹੋ ਗਿਆ ਕਿ ਵਾਕਈ ਹੀ ਬਾਲ ਗੁਰੂ ਅੰਤਰਦ੍ਰਿਸ਼ਟੀ ਦੇ ਮਾਲਕ ਹਨ। ਜਿਉਂ ਹੀ ਸਿੱਖ ਸੰਗਤਾਂ ਨੂੰ ਗੁਰੂ ਜੀ ਦੇ ਮਹਿਲਾਂ ਵਿੱਚ ਪਹੁੰਚਣ ਦੀ ਖਬਰ ਮਿਲੀ ਤਾਂ ਉਹ ਵੱਡੀ ਗਿਣਤੀ ਵਿੱਚ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ। ਹਰ ਰੋਜ਼ ਸਤਸੰਗਤ ਹੋਣ ਲੱਗਿਆ। ਕਹਿੰਦੇ ਹਨ ਕਿ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਆਖਿਆ ਕਿ ਮੈਨੂੰ ਵੀ ਗੁਰੂ ਜੀ ਨਾਲ ਮਿਲਾਓ। ਸਭ ਦੇ ਦਿਲਾਂ 'ਚ ਇਹ ਸ਼ੰਕਾ ਸੀ ਕਿ 8 ਸਾਲ ਦਾ ਬੱਚਾ ਗੁਰੂ ਕਿਵੇਂ ਬਣ ਗਿਆ।
ਜੈ ਸਿੰਘ ਨੇ ਜਦੋਂ ਸਤਿਗੁਰਾਂ ਨੂੰ ਦੱਸਿਆ ਕਿ ਬਾਦਸ਼ਾਹ ਤੁਹਾਨੂੰ ਮਿਲਣ ਦੀ ਇੱਛਾ ਰੱਖਦਾ ਹੈ ਤਾਂ ਉਹਨਾਂ ਨਾ ਕਰ ਦਿੱਤੀ। ਉਹਨਾਂ ਨੂੰ ਪਿਤਾ ਸ੍ਰੀ ਗੁਰੂ ਹਰਿ ਰਾਏ ਜੀ ਨੇ ਇਹ ਕਹਿ ਦਿੱਤਾ ਸੀ, ਪੁੱਤਰ ਤੁਸੀਂ ਔਰੰਗਜ਼ੇਬ ਨੂੰ ਕਦੇ ਵੀ ਨਹੀਂ ਮਿਲਣਾ। ਰਾਜੇ ਨੇ ਬਾਦਸ਼ਾਹ ਨੂੰ ਕਹਿ ਦਿੱਤਾ ਕਿ ਗੁਰੂ ਜੀ ਨੇ ਤੁਹਾਨੂੰ ਮਿਲਣ ਤੋਂ ਨਾ ਕਰ ਦਿੱਤੀ ਹੈ। ਇਤਿਹਾਸਕ ਲਿਖਤਾਂ ਅਨੁਸਾਰ ਇੱਕ ਦਿਨ ਜਦੋਂ ਸਤਿਗੁਰੂ ਜੀ ਸਿੱਖਾਂ ਨੂੰ ਇੱਕ ਕਮਰੇ ਵਿੱਚ ਸੰਗਤੀ ਰੂਪ ਵਿੱਚ ਗੁਰਮਤਿ ਦਾ ਉਪਦੇਸ਼ ਦੇ ਰਹੇ ਸੀ ਤਾਂ ਔਰੰਗਜ਼ੇਬ ਪਾਲਕੀ ਵਿੱਚ ਬੈਠ ਕੇ ਉਸ ਦੇ ਕਮਰੇ ਦੇ ਬਾਹਰ ਆ ਗਿਆ। ਗੁਰੂ ਸਾਹਿਬ ਨੇ ਰਾਜਾ ਜੈ ਸਿੰਘ ਨੂੰ ਕਹਿ ਕੇ ਕਮਰੇ ਦੇ ਦਰਵਾਜ਼ੇ ਬੰਦ ਕਰਾ ਦਿੱਤੇ। ਬਾਦਸ਼ਾਹ ਬਾਹਰ ਹੀ ਕੁਝ ਸਮਾਂ ਪਾਲਕੀ ਵਿੱਚ ਬੈਠਾ ਰਿਹਾ। ਉਹ ਗੁਰੂ ਜੀ ਦੀ ਸੋਚ ਸੰਬੰਧੀ ਪਰਖਣ ਲਈ ਇੱਕ ਥਾਲ ਵਿੱਚ ਕੀਮਤੀ ਲਾਲ ਅਤੇ ਹੀਰੇ ਜਵਾਹਰਾਤ, ਇੱਕ ਮਾਲਾ ਅਤੇ ਇੱਕ ਕਿਰਪਾਨ ਰੱਖ ਕੇ ਲਿਆਇਆ ਸੀ। ਜਦੋਂ ਬਾਦਸ਼ਾਹ ਨੇ ਦੇਖਿਆ ਕਿ ਗੁਰੂ ਮਿਲਣਾ ਨਹੀਂ ਚਾਹੁੰਦੇ ਤਾਂ ਉਸਨੇ ਆਪਣੇ ਸੰਤਰੀ ਰਾਹੀਂ ਉਹ ਵਸਤਾਂ ਨਾਲ ਭਰਿਆ ਥਾਲ ਜੈ ਸਿੰਘ ਨੂੰ ਦੇ ਕੇ ਗੁਰੂ ਜੀ ਅੱਗੇ ਟਿਕਾ ਦਿੱਤਾ। ਚੋਜੀ ਗੁਰੂ ਸਾਹਿਬ ਨੇ ਥਾਲ ਚੋਂ ਮਾਲਾ ਅਤੇ ਕਿਰਪਾਨ ਆਪਣੇ ਕੋਲ ਰੱਖ ਲਈਆਂ ਅਤੇ ਹੀਰੇ ਜਵਾਹਰਾਤ ਵਾਪਸ ਕਰ ਦਿੱਤੇ। ਇਸ ਦਾ ਭਾਵ ਸੀ ਸਿੱਖੀ ਅੰਦਰ ਮਾਲਾ ਅਤੇ ਕਿਰਪਾਨ ਪਕੜਨ ਦਾ ਸਿਧਾਂਤ ਹੈ, ਅਰਥਾਤ ਮਾਲਾ ਪ੍ਰਭੂ ਭਗਤੀ ਅਤੇ ਕਿਰਪਾਨ ਸ਼ਕਤੀ ਦਾ ਪ੍ਰਗਟਾਵਾ ਕਰਦੀ ਹੈ। ਇੰਜ ਬਾਦਸ਼ਾਹ ਕੁਝ ਸਮੇਂ ਪਿੱਛੋਂ ਵਾਪਸ ਮੁੜ ਗਿਆ। ਜਿਵੇਂ ਗੁਰਦੁਆਰਾ ਮਾਤਾ ਸੁੰਦਰ ਕੌਰ ਜੀ ਦੇ ਸਥਾਨ ਸੰਬੰਧੀ ਅੰਕਿਤ ਹੈ ਕਿ ਗੁਰੂ ਜੀ ਹੈਜੇ ਅਤੇ ਛੋਟੀ ਮਾਤਾ ਵਾਲੇ ਮਰੀਜ਼ਾਂ ਦੀ ਸੇਵਾ ਵਿੱਚ ਜੁਟ ਗਏ। ਉਹਨਾਂ ਮਰੀਜ਼ਾਂ ਨੂੰ ਭੋਜਨ, ਦਵਾਈਆਂ ਤੇ ਕੱਪੜੇ ਵੀ ਵੰਡੇ। ਉਹਨਾਂ ਨੇ ਦੀਵਾਨ ਦਰਗਾਹ ਮੱਲ ਨੂੰ ਹਰ ਰੋਜ਼ ਭੇਟ ਹੋ ਰਹੀ ਮਾਇਆ ਗਰੀਬਾਂ ਨੂੰ ਦੇਣ ਦਾ ਉਪਦੇਸ਼ ਕੀਤਾ। ਰਾਜਾ ਜੈ ਸਿੰਘ ਨੇ ਗੁਰੂ ਜੀ ਦੇ ਕਹਿਣ ਤੇ ਮਹਿਲ ਦੇ ਲਾਗੇ ਖੂਹ ਕੋਲ ਇੱਕ ਚੁਬੱਚਾ ਵੀ ਤਿਆਰ ਕਰਵਾਇਆ। ਅੱਜ ਕੱਲ੍ਹ ਸੰਗਤਾਂ ਸ਼ਰਧਾ ਸਹਿਤ ਇਸ ਖੂਹ ਦੇ ਜਲ ਦਾ ਚੂਲਾ ਛਕਦੀਆਂ ਹਨ ਅਤੇ ਮੁੱਖੋਂ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਉਚਾਰਦੀਆਂ ਹਨ। ਗੁਰਦੁਆਰਾ ਬੰਗਲਾ ਸਾਹਿਬ ਖੜਕ ਸਿੰਘ ਮਾਰਗ ਤੇ ਕੈਨਾਟ ਪਲੇਸ ਨਵੀਂ ਦਿੱਲੀ ਲਾਗੇ ਸਥਿਤ ਹੈ। ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਅਤੇ ਖੁੱਲੀ ਜਗ੍ਹਾ ਹੋਣ ਕਰਕੇ ਇੱਥੇ ਰਿਹਾਇਸ਼, ਗੁਰਸ਼ਬਦ ਅਤੇ ਖਾਣੇ ਦਾ ਲੰਗਰ, ਇਸ਼ਨਾਨ ਲਈ ਸਰੋਵਰ, ਹਸਪਤਾਲ ਆਦਿ ਦਾ ਵਧੀਆ ਪ੍ਰਬੰਧ ਹੋਣ ਕਰਕੇ ਵੱਡੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਕਰਨ ਪਹੁੰਚਦੀਆਂ ਹਨ। ਗੁਰਦੁਆਰਾ ਮੋਤੀ ਬਾਗ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪਣੇ ਜੀਵਨ ਦੇ ਵਿੱਚ ਪਹਿਲੀ ਵਾਰ ਦਿੱਲੀ ਆਏ ਤਾਂ ਇਸ ਅਸਥਾਨ ਤੇ ਉਹਨਾਂ ਡੇਰਾ ਕੀਤਾ। ਔਰੰਗਜ਼ੇਬ ਦੀ ਮੌਤ ਉਪਰੰਤ ਉਸ ਦੇ ਪੁੱਤਰਾਂ ਵਿਚਕਾਰ ਗੱਦੀ ਦੀ ਪ੍ਰਾਪਤੀ ਲਈ ਝਗੜਾ ਸ਼ੁਰੂ ਹੋ ਗਿਆ। ਭਾਈ ਨੰਦ ਲਾਲ ਜੀ ਨੇ ਗੁਰੂ ਸਾਹਿਬ ਨੂੰ ਰਾਜਕੁਮਾਰ ਮੁਅੱਜ਼ਮ ਬਹਾਦਰ ਸ਼ਾਹ ਦੀ ਮਦਦ ਕਰਨ ਲਈ ਆਖਿਆ। ਸਤਿਗੁਰੂ ਜੀ ਤਲਵੰਡੀ ਸਾਬੋ ਤੋਂ ਸਿੰਘਾਂ ਸਮੇਤ 1707 ਈਸਵੀ ਨੂੰ ਮੁਅੱਜ਼ਮ ਦੀ ਮਦਦ ਲਈ ਆ ਗਏ। ਦਿੱਲੀ ਲਾਗੇ ਧੌਲਪੁਰ ਜਾਜੂ ਨਾਮੀ ਸਥਾਨ ਤੇ ਤਾਰਾ ਆਜ਼ਮ ਅਤੇ ਮੁਅੱਜ਼ਮ ਵਿਚਕਾਰ ਭਾਰੀ ਜੰਗ ਹੋਈ। ਇਸ ਜੰਗ ਵਿੱਚ ਤਾਰਾ ਆਜ਼ਮ ਗੁਰੂ ਜੀ ਦਾ ਤੀਰ ਲੱਗਣ ਨਾਲ ਮਾਰਿਆ ਗਿਆ ਸੀ। ਤਵਾਰੀਖ ਦੀਆਂ ਲਿਖਤਾਂ ਦਰਸਾਉਂਦੀਆਂ ਹਨ ਕਿ ਮੁਅੱਜ਼ਮ ਆਪਣੇ ਮਰੇ ਹੋਏ ਭਰਾ ਨੂੰ ਜੰਗੇ ਮੈਦਾਨ 'ਚ ਦੇਖਣ ਆਇਆ ਕਿ ਦੇਖਦਾ ਹੈ ਕਿ ਉਸ ਦੇ ਸਰੀਰ 'ਚ ਖੁੱਬੇ ਤੀਰ ਤੋਂ ਮੁਅੱਜ਼ਮ ਬਹਾਦਰ ਸ਼ਾਹ ਨੂੰ ਯਕੀਨ ਹੋ ਗਿਆ ਕਿ ਇਹ ਤੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਮਾਨ 'ਚੋਂ ਨਿਕਲਿਆ ਹੋਇਆ ਹੈ। ਉਹਨਾਂ ਸਮਿਆਂ ਅੰਦਰ ਕੇਵਲ ਦਸ਼ਮੇਸ਼ ਪਿਤਾ ਦੇ ਤੀਰ ਮੂਹਰੇ ਹੀ ਸੋਨਾ ਲੱਗਿਆ ਹੁੰਦਾ ਸੀ। ਇਸ ਗੱਲ ਦੀ ਪ੍ਰੋੜਤਾ ਮਹਾਕਵੀ ਭਾਈ ਸੰਤੋਖ ਸਿੰਘ ਨੇ ਵੀ ਆਪਣੇ ਗ੍ਰੰਥ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਕੀਤੀ ਹੈ। ਖੋਜਨ ਗਇਓ ਬਹਾਦਰ ਸ਼ਾਹੂ, ਜਹਾਂ ਪਰਿਏ ਦੀਰਘ ਰਣ ਮਾਹੂ, ਦੇਖਤ ਤੀਰ ਭਾਲ ਨਿਕਸਾਏ, ਜੋ ਕੰਚਨ ਦੇ ਲਿਪਤ ਸੁਹਾਏ। ਇਹ ਘਟਨਾ 28 ਜੂਨ 1707 ਨੂੰ ਵਾਪਰੀ। ਉਪਰੰਤ ਜਿੱਤ ਦੇ ਡੰਕੇ ਵੱਜੇ ਅਤੇ ਬਹਾਦਰ ਸ਼ਾਹ ਦਿੱਲੀ ਤਖਤ ਤੇ ਬੈਠਾ। ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਸਾਹਿਬ ਨੇ ਡਿਓਢੀ ਤੋਂ 2 ਤੀਰ ਛੱਡੇ ਜੋ ਲਾਲ ਕਿਲੇ ਅੰਦਰ ਬਹਾਦਰ ਸ਼ਾਹ ਦੇ ਦੀਵਾਨ ਹਾਲ 'ਚ ਡਿੱਗੇ। ਇੱਕ ਤੀਰ ਦੀ ਪਰਚੀ ਤੇ ਲਿਖਿਆ ਸੀ, ਸ਼ਾਹ ਜੀ, ਇਹ ਕੋਈ ਜਾਦੂ ਵਾਲੀ ਗੱਲ ਨਹੀਂ ਹੈ, ਇਹ ਤਾਂ ਤੀਰ ਮਾਰਨ ਦੀ ਕਲਾ ਹੈ। ਇਹ ਡਿਓਢੀ ਨਿਸ਼ਾਨੀ ਵਜੋਂ ਅਜੇ ਤੱਕ ਵੀ ਮੌਜੂਦ ਹੈ ਅਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਇਸ ਡਿਓਢੀ ਉੱਪਰ ਚੜ੍ਹ ਕੇ ਲਾਲ ਕਿਲਾ ਦਿਸ ਜਾਂਦਾ ਹੈ। ਸੰਗਤਾਂ ਵੱਲੋਂ ਗੁਰਦੁਆਰਾ ਮੋਤੀ ਬਾਗ ਦੀ ਨਵੀਂ ਇਮਾਰਤ ਵੀ ਬਣਾਈ ਗਈ ਹੈ। ਇਹ ਗੁਰਦੁਆਰਾ ਰਿੰਗ ਰੋਡ ਤੇ ਧੌਲਾ ਕੂਆਂ ਤੇ ਸ਼ਾਂਤੀ ਪਥ ਦੇ ਵਿਚਕਾਰ ਸੁਸ਼ੋਭਿਤ ਹੈ। ਭਾਈ ਬਘੇਲ ਸਿੰਘ ਨੇ ਉਸ ਬੜੇ ਨਾਜ਼ੁਕ ਸਮੇਂ ਅੰਦਰ ਇਹਨਾਂ ਗੁਰਧਾਮਾਂ ਦੀ ਨਿਸ਼ਾਨਦੇਹੀ ਕਰਕੇ ਇਮਾਰਤਾਂ ਉਸਾਰੀਆਂ ਤੇ ਪੰਥ ਦੀ ਮਹਾਨ ਸੇਵਾ ਕੀਤੀ। ਗੁਰਦੁਆਰਾ ਮਜਨੂ ਦਾ ਟਿੱਲਾ। ਇਹ ਗੁਰਦੁਆਰਾ ਸਾਹਿਬ ਜਮਨਾ ਦੇ ਸੱਜੇ ਕਿਨਾਰੇ ਤੀਮਰਪੁਰ ਕਲੋਨੀ ਖੈਬਰ ਪਾਸ ਤੋਂ ਪਰੇ ਸਥਿਤ ਹੈ। ਇੱਥੇ ਹਰ ਸਾਲ ਵਿਸਾਖੀ ਮੌਕੇ ਖਾਲਸੇ ਦਾ ਪ੍ਰਕਾਸ਼ ਦਿਹਾੜਾ ਜ਼ੋਰ ਸ਼ੋਰ ਨਾਲ ਮਨਾਇਆ ਜਾਂਦਾ ਹੈ। ਸੰਨ 1950 ਵਿੱਚ ਉਸ ਜਗ੍ਹਾ ਤੇ ਜਿੱਥੇ ਬਘੇਲ ਸਿੰਘ ਨੇ ਗੁਰੂ ਘਰ ਬਣਵਾਇਆ ਸੀ, ਸੰਗਤਾਂ ਵੱਲੋਂ ਬਹੁਤ ਹੀ ਆਲੀਸ਼ਾਨ ਇਮਾਰਤ ਉਸਾਰੀ ਗਈ।
ਕਈ ਲਿਖਤਾਂ ਦੇ ਮੁਤਾਬਕ ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਸੰਗਮਰਮਰ ਲਗਾ ਕੇ ਗੁਰਦੁਆਰਾ ਬਣਾਇਆ ਸੀ। ਸ਼ੇਰੇ ਪੰਜਾਬ ਨੇ ਗੁਰਦੁਆਰੇ ਦੇ ਪ੍ਰਬੰਧ ਲਈ ਜਾਗੀਰ ਵੀ ਦਿੱਤੀ ਸੀ। ਸੁਲਤਾਨ ਸਿਕੰਦਰ ਸ਼ਾਹ ਲੋਧੀ ਦੇ ਸਮੇਂ ਇੱਕ ਤਪਸਵੀ ਮੁਸਲਮਾਨ ਫਕੀਰ ਜਮਨਾ ਕਿਨਾਰੇ ਉੱਚੇ ਟਿੱਲੇ ਤੇ ਰਹਿੰਦਾ ਸੀ। ਉਹ ਆਪਣੀ ਕਿਸ਼ਤੀ ਵਿੱਚ ਬੈਠਾ ਲੋਕਾਂ ਨੂੰ ਨਦੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਛੱਡਦਾ ਸੀ ਅਤੇ ਕੋਈ ਭਾੜਾ ਵੀ ਨਹੀਂ ਸੀ ਲੈਂਦਾ। ਉਸ ਦੀ ਮਸਤ ਮਲੰਗ ਹਾਲਤ ਤੱਕ ਲੋਕਾਈ ਉਸ ਨੂੰ ਮਜਨੂ ਕਹਿਣ ਲੱਗ ਪਈ। ਇਤਿਹਾਸਕ ਲਿਖਤਾਂ ਅਨੁਸਾਰ 20 ਜੁਲਾਈ 1505 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਇਸ ਪਾਸ ਪਹੁੰਚੇ। ਸ੍ਰੀ ਗੁਰੂ ਜੀ ਦਾ ਆਉਣ ਸੁਣ ਮੁਸਲਮ ਹਜ਼ਰਤ ਨਿਜ਼ਾਮੁਦੀਨ ਔਲੀਆ ਦਾ ਜਾਨ ਨਾਸ਼ੀਨ ਸੁਜਾਦਾ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ। ਹੋਰ ਵੀ ਕਈ ਸੂਫੀ ਫਕੀਰ ਗੁਰੂ ਸਾਹਿਬ ਦੇ ਵਿਚਾਰ ਸੁਣ ਬੜੇ ਆਨੰਦਿਤ ਹੋਏ ਅਤੇ ਗੁਰੂ ਜੀ ਦੇ ਸਿੱਖ ਬਣ ਗਏ। ਫਕੀਰ ਮਜਨੂ ਕੋਲ ਕਈ ਦਿਨ ਠਹਿਰ ਕੇ ਉਸ ਨੂੰ ਅਧਿਆਤਮਕ ਗਿਆਨ, ਪ੍ਰਭੂ ਮਿਲਾਪ ਅਤੇ ਮਨੁੱਖਾ ਜੀਵਨ ਨੂੰ ਉੱਚਾ ਸੁੱਚਾ ਬਣਾਉਣ ਦਾ ਵੱਲ ਸਿਖਾਇਆ ਅਤੇ ਸੇਵਾ ਭਾਵਨਾ ਕਰਨ ਪ੍ਰਤੀ ਰੱਬੀ ਮਿਹਰ ਬਖਸ਼ੀ। ਗੁਰੂ ਜੀ ਦੇ ਪੈਰ ਪਾਉਣ ਨਾਲ ਇਹ ਟਿੱਲਾ ਪੂਜਾ ਦਾ ਸਥਾਨ ਬਣ ਗਿਆ। ਭਾਈ ਗੁਰਦਾਸ ਜੀ ਦੇ ਵੀ ਬੋਲ ਹਨ, ਜਿੱਥੇ ਬਾਬਾ ਪੈਰ ਧਰ ਪੂਜਾ ਆਸਨ ਥਾਪਨ ਸੋਆ। ਬਾਦਸ਼ਾਹ ਜਹਾਂਗੀਰ ਦੇ ਬੁਲਾਵੇ ਤੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਦਿੱਲੀ ਵੱਲ ਆਏ ਤਾਂ ਮਜਨੂ ਦੇ ਟਿੱਲੇ ਠਹਿਰੇ। ਜਹਾਂਗੀਰ ਇੱਥੇ ਹੀ ਗੁਰੂ ਜੀ ਨੂੰ ਮਿਲਿਆ। ਭਾਵੇਂ ਗੁਰੂ ਸਾਹਿਬ ਨੇ ਇੱਕ ਦਿਨ ਬਾਦਸ਼ਾਹ ਨੂੰ ਸ਼ੇਰ ਦੇ ਹਮਲੇ ਤੋਂ ਬਚਾਇਆ, ਪਰ ਇਹ ਰਾਜੇ ਮਹਾਰਾਜੇ ਕੰਨਾਂ ਦੇ ਕੱਚੇ ਹੋਣ ਕਰਕੇ ਅਤੇ ਚੰਦੂ ਵਰਗਿਆਂ ਦੇ ਉਕਸਾਉਣ ਨਾਲ ਗੁਰੂ ਜੀ ਨੂੰ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇ 'ਚ ਡੱਕ ਦਿੱਤਾ। ਬਾਦਸ਼ਾਹ ਬਿਮਾਰ ਹੋਣ ਕਰਕੇ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਨ ਲੱਗਿਆ। ਸਾਈਂ ਮੀਆਂ ਮੀਰ ਕੋਲ ਵੀ ਬਿਮਾਰੀ ਦਾ ਜ਼ਿਕਰ ਕੀਤਾ। ਸਾਈਂ ਜੀ ਨੇ ਆਖਿਆ, ਬਾਦਸ਼ਾਹ ਸਲਾਮਤ, ਤੁਸੀਂ ਰੱਬੀ ਰੂਹ ਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ ਹੈ, ਉਸ ਦਾ ਸੰਤਾਪ ਤੁਹਾਨੂੰ ਲੱਗਿਆ ਹੋਇਆ ਹੈ। ਇਹ ਸੋਚ ਬਾਦਸ਼ਾਹ ਨੇ ਪਾਤਸ਼ਾਹ ਦੀ ਰਿਹਾਈ ਦਾ ਹੁਕਮ ਕਰ ਦਿੱਤਾ, ਪਰ ਪਾਤਸ਼ਾਹ ਨੇ ਕਿਹਾ, ਅਸੀਂ ਹੁਣ ਜੇਲ੍ਹ ਤੋਂ ਬਾਹਰ 52 ਪਹਾੜੀ ਰਾਜਿਆਂ ਜਿਹੜੇ ਚਿਰਾਂ ਤੋਂ ਦੁੱਖ ਭੋਗ ਰਹੇ ਹਨ ਉਹਨਾਂ ਨੂੰ ਨਾਲ ਲੈ ਕੇ ਹੀ ਬਾਹਰ ਆਵਾਂਗੇ। ਬੰਦਾ ਮਰਦਾ ਕੀ ਨਹੀਂ ਕਰਦਾ। ਜਹਾਂਗੀਰ ਨੇ ਪਾਤਸ਼ਾਹ ਨੂੰ ਰਾਜਿਆਂ ਸਮੇਤ ਰਿਹਾ ਕਰ ਦਿੱਤਾ। ਪੰਜਾਬ ਵੱਲ ਆਉਣ ਸਮੇਂ ਗੁਰੂ ਜੀ ਨੇ ਫੇਰ ਮਜਨੂ ਦੇ ਟਿੱਲੇ ਵਿੱਚ ਠਹਿਰਾਓ ਕੀਤਾ। ਇਤਿਹਾਸ ਦੇ ਪੰਨੇ ਦਰਸਾਉਂਦੇ ਹਨ ਕਿ ਸ੍ਰੀ ਗੁਰੂ ਹਰ ਰਾਏ ਜੀ ਨੇ ਰਾਮ ਰਾਏ ਨੂੰ ਔਰੰਗਜ਼ੇਬ ਪਾਸ ਜਦੋਂ ਸਿੱਖੀ ਅਸੂਲ ਦੇ ਤੱਤ ਬਿਆਨ ਕਰਨ ਲਈ ਦਿੱਲੀ ਭੇਜਿਆ ਤਾਂ ਉਹ ਵੀ ਇੱਥੇ ਰੁਕੇ ਸੀ। ਮਜਨੂ ਦੇ ਟਿੱਲੇ ਪਾਸ ਇੱਕ ਖੂਹ ਵੀ ਮੌਜੂਦ ਹੈ ਜਿੱਥੇ ਰਾਮ ਰਾਏ ਨੇ ਔਰੰਗਜ਼ੇਬ ਨੂੰ ਕਰਾਮਾਤੀਆਂ ਸ਼ਕਤੀਆਂ ਦਿਖਾਈਆਂ। ਇੰਜ ਇਤਿਹਾਸਕ ਪੱਖੋਂ ਇਹ ਜਗ੍ਹਾ ਕਾਫੀ ਪ੍ਰਸਿੱਧ ਸੀ ਅਤੇ ਗੁਰੂ ਸਾਹਿਬਾਨ ਦੇ ਚਰਨ ਪੈਣ ਕਰਕੇ ਭਾਈ ਬਘੇਲ ਸਿੰਘ ਨੇ ਗੁਰਦੁਆਰਾ ਸਾਹਿਬ ਹੋਂਦ ਵਿੱਚ ਲਿਆਂਦਾ। ਉਹਨਾਂ ਆਪ ਇੱਥੇ ਬੈਠ ਹੱਥੀਂ ਕਾਰ ਸੇਵਾ ਕੀਤੀ। ਇਤਿਹਾਸਕ ਤੱਥਾਂ ਅਨੁਸਾਰ ਦਿੱਲੀ ਲੁੱਟਣ ਸਮੇਂ ਮਿਲਿਆ ਧਨ ਬਘੇਲ ਸਿੰਘ ਨੇ ਮਜਨੂ ਦੇ ਟਿੱਲੇ ਵਿੱਚ ਰੱਖਿਆ ਸੀ। ਰਤਨ ਸਿੰਘ ਭੰਗੂ ਜੀ ਲਿਖਦੇ ਹਨ, ਪੰਜਵੋਂ ਝੰਡੇ ਹਰ ਕ੍ਰਿਸ਼ਨ ਜੀ ਜੈ ਬਹੇ, ਜੈ ਸਿੰਘ ਪਰੋ ਮਦ ਬੰਗਲੇ ਅਹੇ, ਸਗਮ ਭਾਂਤ ਪੰਜ ਡੇਹਰੇ ਭਏ, ਗੱਡ ਝੰਡੇ ਪੰਜ ਕੜਾ ਕਰ ਦਏ, ਹੁਤੀ ਤੇਗ ਬਹਾਦਰ ਜਾਗਾ ਦਊ, ਉੱਪਰ ਮਸੀਤ ਚਿਣ ਰੱਖੀ ਥੀ ਸੋਊ, ਸਿੰਘ ਜੀ ਕਹਿਓ ਮਸੀਤ ਹੋਵੇ ਗਰ, ਤੋ ਡੇਹਰੇ ਬਣਾਵੇਂਗੇ ਫੇਰ। ਗੁਰਦੁਆਰਾ ਰਕਾਬਗੰਜ ਸਾਹਿਬ। ਧਰਮੀ ਜਿਉੜੇ ਗੁਰੂ ਦੇ ਨੂਰੇ, ਗੁਰਬਾਣੀ ਦੇ ਸੂਰੇ ਅਤੇ ਬਚਨਾਂ ਦੇ ਪੂਰੇ ਭਾਈ ਬਘੇਲ ਸਿੰਘ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਨਿਰਮਾਣ ਬੜਾ ਹੀ ਔਕੜ ਭਰਪੂਰ ਕੰਮ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ 11 ਨਵੰਬਰ 1675 ਜੋ ਚਾਂਦਨੀ ਚੌਂਕ ਵਿਖੇ ਹੋਈ, ਉਪਰੰਤ ਉਹਨਾਂ ਦਾ ਸੀਸ ਭਾਈ ਜੈਤਾ ਜੀ ਰੰਗਰੇਟਾ ਗੁਰੂ ਕਾ ਬੇਟਾ ਇੱਕਦਮ ਚੁੱਕ ਵਾਹੋ ਦਾਹੀ 300 ਮੀਲ 500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਨੰਦਪੁਰ ਸਾਹਿਬ ਪਹੁੰਚ ਗਿਆ। ਪਰ ਗੁਰੂ ਜੀ ਦਾ ਧੜ ਸ਼ਹੀਦੀ ਵਾਲੀ ਥਾਂ ਤੇ ਹੀ ਪਿਆ ਸੀ। ਸਰਕਾਰ ਵੱਲੋਂ ਪਹਿਰੇਦਾਰ ਉੱਥੇ ਤਾਇਨਾਤ ਕੀਤੇ ਗਏ ਸਨ। ਇਤਿਹਾਸਕ ਵੇਰਵਿਆਂ ਅਨੁਸਾਰ ਉਸ ਸਮੇਂ ਐਸਾ ਝੱਖੜ ਹਨੇਰੀ ਵਗੀ ਕਿ ਹੱਥ ਮਾਰਿਆਂ ਵੀ ਦਿਖਾਈ ਨਹੀਂ ਸੀ ਦੇ ਰਿਹਾ। ਗੁਰੂ ਕਿਰਪਾ ਸਦਕਾ ਭਾਈ ਲੱਖੀ ਸ਼ਾਹ ਵਣਜਾਰਾ ਅਤੇ ਉਸਦੇ ਪੁੱਤਰ ਭਾਈ ਨਗਾਈਆ ਜਿਹੜੇ ਕਾਫੀ ਵੱਡੇ ਵਪਾਰੀ ਸਨ, ਗੁਰੂ ਸਾਹਿਬ ਨਾਲ ਉਹਨਾਂ ਦੇ ਸਬੰਧ ਸਨ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਲੱਖੀ ਸ਼ਾਹ ਦੀ ਸਪੁੱਤਰੀ ਬੀਬੀ ਸੀਤੋ ਨਾਲ ਵਿਆਹੇ ਹੋਏ ਸਨ, ਨੇ ਮੌਕਾ ਤਾੜ ਕੇ ਫੁਰਤੀ ਨਾਲ ਗੁਰੂ ਜੀ ਦੇ ਧੜ ਨੂੰ ਆਪਣੇ ਗੱਡੇ 'ਚ ਟਿਕਾਇਆ। ਉਪਰੰਤ ਆਪਣੇ ਘਰ ਦੇ ਵਿੱਚ ਬੜੇ ਸਤਿਕਾਰ ਨਾਲ ਪਲੰਘ ਤੇ ਟਿਕਾ ਕੇ ਸੰਸਕਾਰ ਕਰ ਦਿੱਤਾ। ਸੁਜਾਨ ਸਿੱਖਾਂ ਨੇ ਗੁਰੂ ਸਾਹਿਬ ਦੇ ਅਸਥ ਇੱਕ ਗਾਗਰ ਵਿੱਚ ਪਾ ਕੇ ਧਰਤੀ 'ਚ ਦੱਬ ਦਿੱਤੇ। ਲੱਖੀ ਸ਼ਾਹ ਰਸਿਆਣਾ ਪਿੰਡ 'ਚ ਰਹਿੰਦੇ ਸਨ। ਅੱਜ ਵੀ ਰਸਿਆਣਾ ਰੋਡ ਮਸ਼ਹੂਰ ਹੈ ਕਿਉਂਕਿ ਇਸ ਉੱਪਰ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਹੈ।
ਰਕਾਬਗੰਜ ਇਸ ਦਾ ਨਾਂ ਇਸ ਕਰਕੇ ਹੈ ਕਿ ਇਸ ਪਿੰਡ ਵਿੱਚ ਮੁਗਲ ਫੌਜ ਦੇ ਘੋੜਿਆਂ ਦੀਆਂ ਰਕਾਬਾਂ ਬਣਦੀਆਂ ਸਨ। ਭੱਟ ਕੇਸ਼ੋ ਨੇ ਸਤਿਗੁਰਾਂ ਦੀ ਧੜ ਉਠਾਉਣ ਬਾਰੇ ਇਉਂ ਲਿਖਿਆ ਹੈ, ਚਲਾ ਚਲਾਈ ਹੋ ਰਹੀ ਗੱਡ ਗੱਡੇ ਉਖਰੇ ਮੇਖ, ਲੱਖੀ ਨਗਾਈਆ ਲੈ ਚਲੇ ਤੂੰ ਖਰਾ ਤਮਾਸ਼ਾ ਦੇਖ। ਮੁਗਲਾਂ ਨੇ ਸਿੱਖੀ ਨਿਸ਼ਾਨ ਮਿਟਾਉਣ ਲਈ ਸੰਸਕਾਰ ਵਾਲੀ ਜਗ੍ਹਾ ਤੇ ਮਸੀਤ ਬਣਾ ਦਿੱਤੀ ਸੀ। ਜਦੋਂ ਭਾਈ ਬਘੇਲ ਸਿੰਘ ਨੇ ਮੁਸਲਮਾਨਾਂ ਨੂੰ ਇਕੱਠਾ ਕਰਕੇ ਕਿਹਾ, ਇਹ ਪਵਿੱਤਰ ਜਗ੍ਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਹੈ, ਅਸੀਂ ਮਸੀਤ ਢਾਹ ਕੇ ਇੱਥੇ ਗੁਰਦੁਆਰੇ ਦਾ ਨਿਰਮਾਣ ਕਰਨਾ ਹੈ, ਤਾਂ ਇਹ ਲੋਕ ਅੱਗ ਦੇ ਭਬੂਕੇ ਵਾਂਗ ਰੌਲਾ ਪਾਉਣ ਲੱਗ ਪਏ ਅਤੇ ਚੱਲਾਏ ਕਿ ਮਸੀਤ ਨੂੰ ਕੋਈ ਢਾਹ ਨਹੀਂ ਸਕਦਾ। ਇਹ ਇਕੱਠੇ ਹੋ ਕੇ ਬਾਦਸ਼ਾਹ ਪਾਸ ਪਹੁੰਚ ਗਏ ਅਤੇ ਫਰਮਾਇਆ, ਗੈਰ ਮਸੀਤੇ ਕਿਮ ਜੀਏ ਜਹ ਬੈਸ ਨਿਵਾਜ ਪੜਾਏ, ਹਮ ਜੀਵਤ ਕਿਮ ਮਸੀਤ ਗਿਰਨ ਦੇਹ ਬਿਨਾ ਦਿੱਲੀ ਕਰਵਾਏ ਥੇ। ਭਾਵੇਂ ਦਿੱਲੀ ਥੇ ਹੋ ਜਾਵੇ, ਜਿਉਂਦੇ ਜੀ ਅਸੀਂ ਮਸੀਤ ਨਹੀਂ ਢਾਉਣ ਦੇਣੀ। ਭਾਈ ਬਘੇਲ ਸਿੰਘ ਨੇ ਇਹ ਰੌਲਾ ਰੱਪਾ ਦੇਖ ਜਾਣ ਲਿਆ ਕਿ ਤੁਰਕ ਦੰਗੇ ਫਸਾਦ ਕਰਨਗੇ। ਭਾਈ ਸਾਹਿਬ ਨੇ ਸੁਨੇਹਾ ਭੇਜ ਹੋਰ ਖਾਲਸਾ ਫੌਜ ਦਿੱਲੀ ਪਾਸ ਬੁਲਾ ਲਈ। ਤੁਰਕਾਂ ਨੂੰ ਫਰਮਾਨ ਜਾਰੀ ਕਰ ਦਿੱਤਾ ਕਿ ਜਿਸ ਨੇ ਵੀ ਸਿੰਘਾਂ ਨਾਲ ਲੜਾਈ ਦੀ ਹੁੱਜਤ ਕੀਤੀ ਉਸ ਨੂੰ ਮਾਰ ਮੁਕਾ ਦਿਆਂਗੇ। ਉਧਰੋਂ ਬਾਦਸ਼ਾਹ ਨੇ ਤੁਰਕਾਂ ਨੂੰ ਕਹਿ ਦਿੱਤਾ ਕਿ ਮਸੀਤਾਂ ਵਾਲੀਆਂ ਥਾਵਾਂ ਤੇ ਗੁਰਦੁਆਰੇ ਉਸਾਰਨ ਲਈ ਮੇਰੀ ਲਿਖਤ ਬਘੇਲ ਸਿੰਘ ਨਾਲ ਹੋਈ ਹੈ, ਮੈਂ ਇਸ ਤੋਂ ਮੁੱਕਰ ਨਹੀਂ ਸਕਦਾ। ਵੈਰੀ ਨੂੰ ਤਾਕਤ ਵਰਤ ਕੇ ਹੀ ਨਜਿੱਠਿਆ ਜਾ ਸਕਦਾ ਹੈ। ਭਾਈ ਬਘੇਲ ਸਿੰਘ ਨੇ ਰੌਲਾ ਪਾਉਣ ਵਾਲੇ ਮੋਹਰੀਆਂ ਨੂੰ ਇੱਥੇ ਤੱਕ ਕਹਿ ਦਿੱਤਾ ਕਿ ਮਸੀਤ ਵਾਲੀ ਜਗ੍ਹਾ ਹੇਠ ਗੁਰੂ ਜੀ ਦੀਆਂ ਅਸਥੀਆਂ ਦੀ ਗਾਗਰ ਮੌਜੂਦ ਹੈ, ਜੇਕਰ ਇਹ ਨਿਸ਼ਾਨੀ ਨਾ ਨਿਕਲੀ ਤਾਂ ਅਸੀਂ ਆਪ ਇੱਥੇ ਮਸੀਤ ਬਣਵਾ ਕੇ ਦਿਆਂਗੇ। ਭਾਈ ਸਾਹਿਬ ਲਈ ਐਸੇ ਹਾਲਾਤਾਂ ਦੀ ਬੜੀ ਔਖੀ ਤੇ ਪਰਖ ਵਾਲੀ ਘੜੀ ਸੀ। ਅਖੀਰ ਸ਼ੇਰ ਦਿਲ ਯੋਧੇ ਨੇ ਮਸੀਤ ਢਾਉਣ ਸੰਬੰਧੀ ਕਾਗਜ਼ ਤੇ ਲਿਖਵਾ ਲਿਆ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਦਰਜ ਹੈ, ਜੋ ਉਨ ਲਿਖ ਤੈ ਥੀ ਲਿਖੀ ਸਿੰਘ ਸਭ ਇੱਕ ਥਾਂ ਕੀਨ, ਰਾਮ ਦਿਆਲ ਦੀਵਾਨ ਹੱਥ ਸ਼ਾਹ ਅੱਗੇ ਧਰ ਦੀਨ, ਦੇਖ ਸ਼ਾਹ ਬਹੁ ਖੁਸ਼ੀਆ ਭਇਓ ਹਮੇ ਕਾਫਰ ਸਿੰਘ ਇਕੱਲੇ ਨਾ ਕੀਓ, ਹਮਰੇ ਸੰਗ ਤੁਮ ਬਹੁ ਮਿਲਵਾਏ ਅਬ ਤੁਰਤ ਦੇਵੋ ਜਾਏ ਗਿਰਾਏ। ਬਾਦਸ਼ਾਹ ਦੇ ਹੁਕਮ ਮਿਲਦੇ ਹੀ ਸਿੰਘਾਂ ਨੇ ਥੋੜਿਆਂ, ਕਹੀਆਂ, ਸੱਬਲਾਂ ਅਤੇ ਗੰਧਾਲਿਆਂ ਨਾਲ 2 ਪਹਿਰਾਂ ਤਕਰੀਬਨ 6 ਘੰਟਿਆਂ ਵਿੱਚ ਮਸੀਤ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ। ਜੈਕਾਰਿਆਂ ਦੀ ਗੂੰਜ ਵਿੱਚ ਨਿਸ਼ਾਨ ਸਾਹਿਬ ਝੁਲਾ ਦਿੱਤਾ ਅਤੇ ਦੇਗ ਵਰਤਾਈ ਗਈ। ਰਤਨ ਸਿੰਘ ਭੰਗੂ ਲਿਖਦੇ ਹਨ, ਕਰ ਕੜਾ ਤਹਿ ਸਿੰਘਨ ਬਹੁ ਲਿਆਏ ਕਰ ਦਿਓ ਵਰਤਾਏ, ਤੁਰਕਨ ਘਰ ਸੋਗੇ ਭਇਓ ਉਹ ਸਿੰਘਨ ਮਨ ਸੁਖ ਪਾਏ। ਇੰਜ ਬੜੀ ਜਲਦੀ ਸਿੰਘਾਂ ਨੂੰ ਲਗਾ ਕੇ ਗੁਰਦੁਆਰਾ ਉਸਾਰ ਦਿੱਤਾ। ਗੁਰਦੁਆਰਾ ਰਕਾਬਗੰਜ ਨਵੀਂ ਦਿੱਲੀ ਚ ਪੰਤ ਰੋਡ ਤੇ ਸਥਿਤ ਹੈ ਅਤੇ ਪਾਰਲੀਮੈਂਟ ਦੇ ਸਾਹਮਣੇ ਹੈ। ਇਸ ਦੀ ਆਲੀਸ਼ਾਨ ਇਮਾਰਤ ਦੇ ਆਲੇ ਦੁਆਲੇ ਸੁੰਦਰ ਲਹਿ ਲਹਾਉਂਦੇ ਬਾਗ ਹਨ। ਇਸ ਦੇ ਦਰਸ਼ਨਾਂ ਲਈ ਚਾਰੇ ਪਾਸੇ ਗੇਟ ਹਨ। ਗੁਰਦੁਆਰਾ ਸੀਸਗੰਜ ਸਾਹਿਬ। ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਹਿੰਦੂ ਧਰਮ ਨੂੰ ਬਚਾਉਣ ਖਾਤਰ ਦਿੱਤੀ ਸ਼ਹਾਦਤ ਦਾ ਪਵਿੱਤਰ ਸਥਾਨ ਹੈ। ਔਰੰਗਜ਼ੇਬ ਬਾਦਸ਼ਾਹ ਨੇ ਸਤਿਗੁਰਾਂ ਵੱਲੋਂ ਮੁਸਲਮਾਨ ਧਰਮ ਨਾ ਅਖਤਿਆਰ ਕਰਨ ਦੇ ਇਵਜ਼ ਵਜੋਂ ਉਨ੍ਹਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ ਸੀ। ਜਦੋਂ ਕਸ਼ਮੀਰ ਤੋਂ ਆਏ 500 ਹਿੰਦੂਆਂ ਦੇ ਜਥੇ ਨੇ ਅਨੰਦਪੁਰ ਆ ਕੇ ਕੰਬਦੇ ਹੱਥਾਂ, ਧੜਕਦੇ ਦਿਲਾਂ ਅਤੇ ਛਲਕਦੇ ਨੈਣਾਂ ਨਾਲ ਸਤਿਗੁਰਾਂ ਅੱਗੇ ਹਿੰਦੂ ਧਰਮ ਬਚਾਉਣ ਲਈ ਪੁਕਾਰ ਕੀਤੀ ਤਾਂ ਉਨ੍ਹਾਂ ਇਹਨਾਂ ਦੀ ਬਾਂਹ ਫੜੀ। ਸਤਿਗੁਰਾਂ ਦਿਲਾਸਾ ਦੇ ਕੇ ਕਿਹਾ, ਦਿੱਲੀ ਦੇ ਬਾਦਸ਼ਾਹ ਨੂੰ ਆਖ ਦਿਓ ਕਿ ਜੇਕਰ ਗੁਰੂ ਤੇਗ ਬਹਾਦਰ ਸਿੱਖ ਧਰਮ ਛੱਡ ਮੁਸਲਮਾਨ ਬਣ ਜਾਵੇਗਾ ਤਾਂ ਅਸੀਂ ਵੀ ਇਸਲਾਮ ਕਬੂਲ ਕਰ ਲਵਾਂਗੇ। ਜਿਉਂ ਹੀ ਹਿੰਦੂਆਂ ਇਹ ਸੁਨੇਹਾ ਬਾਦਸ਼ਾਹ ਨੂੰ ਦਿੱਤਾ, ਉਸਨੇ ਗੁਰੂ ਜੀ ਨੂੰ ਪਕੜਨ ਲਈ ਸਿਪਾਹੀ ਭੇਜ ਦਿੱਤੇ। ਗੁਰੂ ਜੀ ਤਾਂ ਆਪ ਹੀ 5 ਸਿੱਖਾਂ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ ਤੇ ਭਾਈ ਉਦਾ ਜੀ ਨੂੰ ਨਾਲ ਦਿੱਲੀ ਵੱਲ ਚੱਲ ਪਏ ਸਨ। ਆਮ ਦੇਖਿਆ ਹੈ ਕਿ ਕਾਤਲ ਮਕਤੂਲ ਕੋਲ ਚੱਲ ਕੇ ਆਉਂਦਾ ਹੈ, ਪਰ ਗੁਰੂ ਜੀ ਨੇ ਉਲਟੀ ਗੰਗਾ ਵਹਾਈ। ਆਗਰੇ ਵਿਖੇ ਬੜੇ ਹੀ ਨਿਆਰੇ ਢੰਗ ਨਾਲ ਗ੍ਰਿਫਤਾਰੀ ਦਿੱਤੀ। ਉੱਥੋਂ ਇਹਨਾਂ ਨੂੰ ਦਿੱਲੀ ਲਿਆ ਕੇ ਇੱਕ ਹਵੇਲੀ ਜੋ ਕਾਫੀ ਚਿਰ ਤੋਂ ਸੁੰਨੀ ਪਈ ਸੀ ਉੱਥੇ ਡੱਕ ਦਿੱਤਾ। ਡਰਾਵੇ ਅਤੇ ਤਸੀਹੇ ਦਿੱਤੇ ਗਏ। ਗੁਰੂ ਸਾਹਿਬ ਨੇ ਭਾਈ ਗੁਰਦਿੱਤੇ ਅਤੇ ਭਾਈ ਉਦੇ ਨੂੰ ਤਾਂ ਵਾਪਸ ਆਨੰਦਪੁਰ ਭੇਜ ਦਿੱਤਾ ਸੀ। ਔਰੰਗਜ਼ੇਬ ਨੇ ਪਹਿਲੀ ਮੀਟਿੰਗ ਦੌਰਾਨ ਸਤਿਗੁਰਾਂ ਨੂੰ ਇਸਲਾਮ ਧਾਰਨ ਕਰਨ ਤੇ ਜ਼ੋਰ ਪਾਇਆ, ਪਰ ਸਤਿਗੁਰਾਂ ਨੇ ਨਾ ਕਰ ਦਿੱਤੀ। ਦੂਜੀ ਮੀਟਿੰਗ 'ਚ ਬਾਦਸ਼ਾਹ ਨੇ ਕਿਹਾ, ਤੁਹਾਡਾ ਨਾਂ ਤੇਗ ਬਹਾਦਰ ਹੈ, ਮੈਨੂੰ ਤੁਸੀਂ ਤੇਗ ਦੇ ਜੋਹਰ ਦਿਖਾਓ ਜਾਂ ਕੋਈ ਕਰਾਮਾਤ ਦਿਖਾਓ। ਗੁਰੂ ਸਾਹਿਬ ਨੇ ਉੱਤਰ ਦਿੱਤਾ, ਸ਼ਾਹ ਜੀ, ਇਸ ਬਾਰੇ ਤੁਸੀਂ ਆਪ ਹੀ ਜਾਣ ਜਾਓਗੇ, ਪਰ ਅਸੀਂ ਕਰਾਮਾਤ 'ਚ ਵਿਸ਼ਵਾਸ ਨਹੀਂ ਰੱਖਦੇ।
ਤੀਜੀ ਮੀਟਿੰਗ 'ਚ ਸਿੱਖਾਂ ਸਮੇਤ ਗੁਰੂ ਸਾਹਿਬ ਨੂੰ ਚਾਂਦਨੀ ਚੌਕ ਵਿਖੇ ਕਤਲ ਕਰਨ ਲਈ ਹੁਕਮ ਕਰ ਦਿੱਤਾ। ਚਾਂਦਨੀ ਚੌਕ ਉਸ ਸਮੇਂ ਦਿੱਲੀ ਸ਼ਹਿਰ ਦੇ ਕੇਂਦਰ ਵਿੱਚ ਸੀ ਅਤੇ ਸ਼ਹਿਰ ਦੇ ਆਲੇ ਦੁਆਲੇ ਕੰਧ ਕੀਤੀ ਹੋਈ ਸੀ। ਇਸ ਚੌਕ ਵਿੱਚ ਇੱਕ ਸੁੰਦਰ ਤਲਾਬ ਬਣਿਆ ਹੋਇਆ ਸੀ ਅਤੇ ਇਸ ਨੂੰ 17ਵੀਂ ਸਦੀ ਵਿੱਚ ਸ਼ਾਹਜਹਾਨ ਬਾਦਸ਼ਾਹ ਨੇ ਬਣਵਾਇਆ ਸੀ। ਇਸ ਤਲਾਬ ਦੀ ਰੂਪਰੇਖਾ ਸ਼ਾਹਜਹਾਨ ਦੀ ਬੇਟੀ ਜਹਾਨਰਾ ਨੇ ਤਿਆਰ ਕੀਤੀ ਸੀ। ਤਲਾਬ ਦਾ ਪਾਣੀ ਰਾਤ ਸਮੇਂ ਚੰਦਰਮਾ ਦੀ ਚਾਂਦਨੀ ਨਾਲ ਚਮਕਣ ਕਰਕੇ ਇਸ ਚੌਕ ਦਾ ਨਾਂ ਚਾਂਦਨੀ ਚੌਕ ਮਸ਼ਹੂਰ ਹੋ ਗਿਆ। ਕਈ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਇਸ ਚੌਕ ਕੋਲ ਤਕਰੀਬਨ 1520 ਗੱਜ 4560 ਫੁੱਟ ਅਤੇ 40 ਗੱਜ 120 ਫੁੱਟ ਲੰਬਾਈ ਚੌੜਾਈ ਵਾਲਾ ਬਾਜ਼ਾਰ ਸੀ। ਇੱਥੇ ਚਾਂਦੀ ਦੀ ਖਰੀਦੋ ਫਰੋਖਤ ਦਾ ਵੱਡਾ ਵਪਾਰ ਸੀ। ਇਸ ਕਾਰਨ ਵੀ ਲੋਕ ਇਸ ਨੂੰ ਚਾਂਦਨੀ ਚੌਕ ਕਹਿੰਦੇ ਸਨ। ਇਸ ਬਾਜ਼ਾਰ ਦੀਆਂ ਦੁਕਾਨਾਂ ਵੀ ਅਰਧ ਚੰਦ ਦੇ ਆਕਾਰ ਵਾਲੀਆਂ ਸਨ। ਇਸ ਚੌਕ ਦਾ ਰਸਤਾ ਲਾਲ ਕਿਲੇ ਦੇ ਲਾਹੌਰੀ ਦਰਵਾਜ਼ੇ ਤੋਂ ਫਤਿਹਪੁਰੀ ਮਸਜਿਦ ਵੱਲ ਜਾਂਦਾ ਸੀ ਅਤੇ ਦਰਮਿਆਨ ਦੀ ਨਹਿਰ ਵੀ ਵਗਦੀ ਸੀ। ਲਾਹੌਰੀ ਦਰਵਾਜ਼ੇ ਤੋਂ ਕੋਤਵਾਲੀ ਤੱਕ ਉਰਦੂ ਬਾਜ਼ਾਰ ਸੀ। ਚਾਂਦਨੀ ਚੌਕ ਤੋਂ ਕੋਤਵਾਲੀ ਕੋਲ ਜੋਹਰੀ ਬਾਜ਼ਾਰ ਅਤੇ ਚਾਂਦਨੀ ਚੌਕ ਤੋਂ ਫਤਿਹਪੁਰੀ ਮਸਜਿਦ ਤੱਕ ਅੰਗਰੇਜ਼ੀ ਸਰਕਾਰ ਨੇ ਇਸ ਚੌਕ ਵਿੱਚ ਘੰਟਾ ਘਰ ਬਣਵਾ ਦਿੱਤਾ ਸੀ ਜੋ 1950 ਤੱਕ ਮੌਜੂਦ ਸੀ। ਸੰਨ 1857 ਦੇ ਗਦਰ ਦੌਰਾਨ ਇਸ ਚੌਕ ਦੀ ਬਹੁਤ ਤੋੜ ਭੰਨ ਹੋਈ ਸੀ। ਜਾਮਾ ਮਸਜਿਦ ਵੀ ਇੱਥੇ ਨੇੜੇ ਹੀ ਸੁਸ਼ੋਭਿਤ ਹੈ। ਬਾਦਸ਼ਾਹ ਤਾਂ ਸੰਸਾਰੀ ਤੌਰ ਤੇ ਇਹਨਾਂ ਨੂੰ ਭੈਭੀਤ ਕਰਨ, ਡਰਾਉਣ, ਦਹਿਲਾਉਣ ਅਤੇ ਸਹਿਮਾਉਣ ਵਾਲਾ ਕੰਮ ਕਰ ਰਿਹਾ ਸੀ, ਪਰ ਇਹ ਪਰਮਹੰਸ ਰੂਪੀ ਰੂਹਾਂ ਨਿਰੰਕਾਰੀ ਕਲਾ ਨਾਲ ਜੁੜੀਆਂ ਹੋਈਆਂ ਸਨ। ਗੁਰੂ ਸਾਹਿਬ ਨੇ ਗੱਲਬਾਤ ਸਮੇਂ ਵੀ ਔਰੰਗਜ਼ੇਬ ਨੂੰ ਇਹ ਚਿਤਾਰ ਦਿੱਤਾ ਸੀ, ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਗੁਰੂ ਸਾਹਿਬ ਕਹਿੰਦੇ, ਔਰੰਗਜ਼ੇਬ ਤੂੰ ਸਾਨੂੰ ਡਰਾਉਣਾ ਚਾਹੁੰਦਾ ਹੈ। ਇਹ ਸਿੱਖੀ ਜੋ ਗੁਰੂ ਨਾਨਕ ਨੇ ਆਰੰਭ ਕੀਤੀ ਹੈ, ਇਸ ਅੰਦਰ ਪ੍ਰਭੂ ਦੀ ਪ੍ਰੇਮਾ ਭਗਤੀ ਵਾਲੇ ਸਿੱਖ ਨਾ ਆਰੇ ਦੇ ਦੰਦਿਆਂ ਤੋਂ, ਨਾ ਉਬਲਦੀਆਂ ਦੇਗਾਂ 'ਚ ਛਾਲਾ ਮਾਰਨ ਤੋਂ ਅਤੇ ਨਾ ਹੀ ਅੱਗ ਦੀਆਂ ਲਪਟਾਂ ਤੋਂ ਡਰਨ ਵਾਲੇ ਹਨ। ਇਹਨਾਂ ਦੀ ਪਰਖ ਤੂੰ ਅੱਖੀ ਜੇਕਰ ਨਾ ਵੀ ਦੇਖੀ ਤਾਂ ਕੰਨਾਂ ਨਾਲ ਸੁਣ ਲਵੇਂਗਾ। 10 ਮਾਰਚ 1675 ਨੂੰ ਚਾਂਦਨੀ ਚੌਕ ਵਿਖੇ ਭਾਈ ਮਤੀ ਦਾਸ ਦੇ ਸਰੀਰ ਤੇ ਆਰਾ ਚਲਾ ਕੇ ਜੱਲਾਦ ਨੇ 2 ਫਾਂਗ ਕਰ ਦਿੱਤਾ। ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਅੱਗ ਲਗਾ ਦਿੱਤੀ ਅਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ 'ਚ ਬਿਠਾ ਕੇ ਸ਼ਹੀਦ ਕਰ ਦਿੱਤਾ। ਇੰਜ ਇਹਨਾਂ ਦਰਸਾ ਦਿੱਤਾ ਕਿ ਗੁਰੂ ਦੇ ਸਿੱਖ ਤਾਂ ਦੂਜੇ ਧਰਮ ਲਈ ਵੀ ਜਾਨਾਂ ਵਾਰ ਦਿੰਦੇ ਹਨ, ਆਪਣਾ ਧਰਮ ਇਹ ਕਿਵੇਂ ਤਿਆਗ ਸਕਦੇ ਹਨ। ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਦਿਆਲ ਦਾਸ ਦੀ ਕੁਰਬਾਨੀ ਬਾਰੇ ਭੱਟ ਵਹੀ ਮੁਲਤਾਨੀ ਸਿੰਧੀ 'ਚ ਦਰਜ ਹੈ। ਗੈਲੋ ਮਤੀ ਦਾਸ सती दास बेटे हीरा नंद के, पोते लखी दास के, पड़पोते पिरागा के, बंस गौतम का, शारसुती भागवत गोत्रे छिबर बामण मारे गए। दयाल दास मनी सिंह दा वड्डा भरा, माई दास का पोता, बल्लू का पड़पोता, मूलो का चंद्रवंशी भारद्वाजी, गोत्र पंवार, बंस बींजे राउत जलहाना, गुरु गैलो मगहर सुदी पंचमी सम्मत 17 से 32 को दिल्ली चांदनी चौक के मल्हान शाही हुक्म गैल मारा गया। अगले दिन 11 मार्च 1675 ਨੂੰ श्री गुरु तेग बहादुर जी ਨੂੰ शाही हुक्म अनुसार चांदनी चौक विखे सवेरे वेले लिआंदा गया। सतगुरां ने खूह ते इशनान कीता ते चौंकी ते चौकड़ा मार बैठ गए। काजी भी आ गया ते जल्लाद भी बुला लिया। काजी ने पातशाह ਨੂੰ फिर कहा, अजे भी इस्लाम कबूल कर लवो, नहीं तां मौत लई तैयार होवो। सतगुरां उत्तर दिता, काजी साहिब चिंता ताकी कीजिए, जो अनहोनी होए, यह मार्ग संसार को नानक थिर नहीं कोई। सतगुरां जल्लाद ਨੂੰ ਇਹ ਆਖ ਕੇ ਕਿ ਭਾਈ ਜਦੋਂ ਅਸੀਂ ਸੀਸ ਝੁਕਾਵਾਂਗੇ ਤੂੰ ਤਲਵਾਰ ਦਾ ਵਾਰ ਕਰ ਲਈ, ਪ੍ਰਭੂ ਦੀ ਪ੍ਰੇਮਾ ਭਗਤੀ 'ਚ ਲੀਨ ਹੋ ਗਏ। ਕੁਝ ਸਮਾਂ ਪਿੱਛੋਂ ਜਿਉਂ ਹੀ ਸਤਿਗੁਰਾਂ ਸੀਸ ਝੁਕਾਇਆ, ਜੱਲਾਦ ਨੇ ਤਲਵਾਰ ਚਲਾ ਸਾਹਿਬਾਂ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ। ਧਰਤੀ ਖੂਨ ਵਹਿਣ ਨਾਲ ਲਾਲੋ ਲਾਲ ਹੋ ਗਈ। ਇਹ ਦਿਲ ਕੰਬਾਊ ਕਾਰਨਾਮਾ ਤੱਕ ਦੇਖਣ ਵਾਲਿਆਂ ਦੇ ਦੰਦ ਜੁੜ ਗਏ ਅਤੇ ਅਫਸੋਸੇ ਮਨ ਨਾਲ ਘਰਾਂ ਨੂੰ ਤੁਰ ਗਏ। ਪਾਪ ਦੀ ਹੱਦ ਤੱਕ ਸੂਰਜ ਵੀ ਸ਼ਰਮਿੰਦਾ ਹੋ ਬੱਦਲਾਂ ਓਲੇ ਹੋ ਗਿਆ। ਆਸਮਾਨ ਨੇ ਕਰਵਟ ਲਈ ਅੱਤ ਦਾ ਝੱਖੜ ਚੱਲ ਪਿਆ ਅਤੇ ਮਾਨੋ ਚੜੀ ਗਹਿਰ ਵੀ ਗਮ ਦਰਸਾ ਰਹੀ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ ਜੀ ਦੀ ਸ਼ਹਾਦਤ ਬਾਰੇ ਬਚਿੱਤਰ ਨਾਟਕ 'ਚ ਉਚਾਰਿਆ,
ठीकर फोर दलीस सिर प्रभ पर किया प्यान तेग बहादुर सी किरिया करी न किन्हू आन तेग बहादुर के चलत पयो जगत को सोक है सब जग पयो जय 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 सुरलोक। ਭਾਵੇਂ ਸਰਦਾਰ ਬਘੇਲ ਸਿੰਘ ਜੀ ਜਾਣਦੇ ਸਨ ਕਿ ਗੁਰੂ ਜੀ ਦੇ ਕਤਲਗਾਹ ਦੀ ਥਾਂ ਚਾਂਦਨੀ ਚੌਂਕ ਕੋਲ ਹੈ। ਜਦੋਂ ਉਹ ਸਿੰਘਾਂ ਸਮੇਤ ਚਾਂਦਨੀ ਚੌਂਕ ਪੁੱਜੇ ਤਾਂ ਦੇਖਿਆ ਕਿ ਉੱਥੇ ਮਸੀਤ ਬਣੀ ਹੋਈ ਹੈ ਅਤੇ ਮਸੀਤ ਕੋਲ ਇੱਕ ਖੂਹੀ ਵੀ ਹੈ, ਕਿਉਂਕਿ ਇਹ ਮਹਾਨ ਸਾਕਾ 105 ਸਾਲ ਪਹਿਲਾਂ ਵਰਤਿਆ ਸੀ ਅਤੇ ਤੁਰਕਾਂ ਨੇ ਸ਼ਹਾਦਤ ਵਾਲੀ ਜਗ੍ਹਾ ਨੂੰ ਖੁਰਦ-ਬੁਰਦ ਕਰਨ ਲਈ ਮਸੀਤ ਬਣਾ ਦਿੱਤੀ ਸੀ। ਪਰ ਐਸੇ ਅਨੋਖੇ ਅਤੇ ਪਵਿੱਤਰ ਸਥਾਨ ਕਦੇ ਗੁੱਝੇ ਨਹੀਂ ਰਹਿੰਦੇ। ਉਹ ਜੀਵਨ ਦਾਤਾ ਸ਼ਹੀਦਾਂ ਦੀਆਂ ਪਵਿੱਤਰ ਥਾਵਾਂ ਨੂੰ ਪ੍ਰਗਟ ਕਰਨ ਲਈ ਮਹਾਨ ਸ਼ਖਸੀਅਤਾਂ ਨੂੰ ਬਲ ਬਖਸ਼ ਕੇ ਸੰਸਾਰ ਤੇ ਭੇਜ ਦਿੰਦਾ ਹੈ। ਭਾਈ ਬਘੇਲ ਸਿੰਘ ਨੂੰ ਉਸ ਸਮੇਂ ਇੱਕ ਸਾਖਾ ਨਾਂ ਦੀ ਬੁੱਢੀ ਮਾਸ਼ਕਣ ਮਿਲੀ। ਉਸ ਨੇ ਦੱਸਿਆ ਕਿ ਮੇਰਾ ਅੱਬਾ ਪੀਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮੇਂ ਉੱਥੇ ਹਾਜ਼ਰ ਸੀ ਅਤੇ ਉਸਨੇ ਮੈਨੂੰ ਕੁਰਬਾਨੀ ਵਾਲੀ ਜਗ੍ਹਾ ਬਾਰੇ ਦੱਸਿਆ ਸੀ। ਮੇਰੇ ਅੱਬਾ ਨੇ ਪੀਰ ਨੂੰ ਕਤਲ ਕਰਨ ਵਾਲੀ ਥਾਂ ਜੋ ਖੂਨ ਨਾਲ ਲੱਥਪੱਥ ਹੋਈ ਪਈ ਸੀ ਨੂੰ ਪਾਣੀ ਨਾਲ ਧੋਤਾ ਸੀ। ਉਹ ਮਾਸ਼ਕਣ ਸਰਦਾਰ ਨੂੰ ਮਸੀਤ ਕੋਲ ਲੈ ਗਈ ਅਤੇ ਇਸ਼ਾਰੇ ਨਾਲ ਸਹੀ ਥਾਂ ਦੱਸੀ। ਭੰਗੂ ਰਤਨ ਸਿੰਘ ਸ਼ਹੀਦ ਆਪਣੀ ਕਿਰਤ ਪ੍ਰਾਚੀਨ ਪੰਥ ਪ੍ਰਕਾਸ਼ 'ਚ ਲਿਖਦੇ ਹਨ। तो एक ऊहा थी माशकन प्रानी जो सिंह जी सद पछी सियानी उन्हें कहीं हम पता बताई हिंदू पीर इहाँ चौंकी डसाई मसीत कंद तह उपर चौथाई तह सतगुरु सिर तेग लगवाई पूरब वल थे मुख कर बहे लगी तेग सिर अगे गिर आई। ਜਦੋਂ ਸਿੰਘਾਂ ਨੇ ਮਸੀਤ ਗਿਰਾਉਣ ਲਈ ਤਿਆਰੀ ਕੀਤੀ ਤਾਂ ਤੁਰਕ ਵੱਡੀ ਗਿਣਤੀ ਵਿੱਚ ਇਕੱਤਰ ਹੋ ਝਗੜਾ ਕਰਨ ਲੱਗ ਪਏ। ਮਾਰ ਮਰਾਈ ਤੱਕ ਗੱਲ ਪਹੁੰਚ ਗਈ ਅਤੇ ਇੱਕੇ ਦਮ ਤੁਰਕ ਬਾਦਸ਼ਾਹ ਕੋਲ ਗਏ। ਸਰਦਾਰ ਲਈ ਵੀ ਪਰਖ ਦੀ ਘੜੀ ਸੀ ਅਤੇ ਮਨ ਵਿੱਚ ਇਹ ਗੱਲ ਘੜੀ ਅਤੇ ਚਿਤਾਰੀ ਕਿ ਇਹ ਅਸਥਾਨ ਬਣਾਉਣ ਲਈ ਜੇਕਰ ਪ੍ਰਾਣ ਵੀ ਦੇਣ ਦੀ ਲੋੜ ਪਈ ਤਾਂ ਦੇ ਦਿਆਂਗੇ। ਦੂਜੇ ਦਿਨ ਬਾਦਸ਼ਾਹ ਨੇ ਆਪਣਾ ਵਜ਼ੀਰ ਭੇਜਿਆ। ਭਾਈ ਬਘੇਲ ਸਿੰਘ ਨੇ ਗੱਲਬਾਤ ਦੌਰਾਨ ਵਜ਼ੀਰ ਨੂੰ ਆਖਿਆ, ਸ਼ਹੀਦੋਂ ਕੀ ਚਿਤਾਓ ਸੇ क्या बेहतर है काबा। असी होए समझौते अनुसार यह जगह हरगिज बनानी है। वजीर ने तुर्कां नूं आख्या, झगड़ा ना करो, अपना जान माल बचाओ। इंज उसने कोल खलो के मसीत दी कंध ढुआई। ਸਿੰਘਾਂ ने दिनां विच ही सीस गंज गुरुद्वारा उसार दिता। इंज सरदार बघेल सिंह ने 8 ਕੁ ਮਹੀਨਿਆਂ ਵਿੱਚ 7 ਗੁਰਦੁਆਰੇ ਬਣਾ ਕੇ ਮਹਾਨ ਪੰਥਕ ਕਾਰਜ ਕੀਤਾ। ਭੰਗੂ ਜੀ ਦੇ ਸ਼ਬਦ ਹਨ, ਮਦ ਦਿੱਲੀ ਲਿਓ ਦੇਹਰੋ ਚਿਣਾਏ सतमो झंडे इम दियो चुलाए बजाए नगारे कड़ाक कराए सिख प्रसन्न चतरफो आए सरदार बघेल सिंह इम गढ़ मारा रहूगा पृथ्वी उस नाम उजारा ऐसी करी उन गुर की कार पाऊ जगह वह गुर के द्वार। बघेल सिंह वल्लों दिल्ली छड्डना। खालसा तां सच दा अलंबरदार है, कहनी करनी च परपक्क, ਗੁਰੂ ਦੇ ਬੋਲਾਂ ਤੇ ਪਹਿਰਾ ਦੇਣ ਵਾਲਾ, ਮੁਸੀਬਤਾਂ ਨੂੰ ਮਖੌਲ ਕਰਨ ਵਾਲਾ, ਵੈਰੀਆਂ ਨੂੰ ਨਾਗਾਂ ਦੀ ਤਰ੍ਹਾਂ ਡੰਗਣ ਵਾਲਾ, ਸੂਲੀ ਤੇ ਚੜ ਕੇ ਡੋਲੇ ਗਾਉਣ ਵਾਲਾ, ਫਾਂਸੀ ਦੇ ਰੱਸੇ ਚੁੰਮ ਕੇ ਜੈਕਾਰੇ ਗਜਾਉਣ ਵਾਲਾ, ਨਿਰਬਲਾ ਨੂੰ ਗਲੇ ਲਾਉਣ ਵਾਲਾ, ਸਦਕ ਪਾਲਣ ਵਾਲਾ, ਜ਼ਮੀਰ ਨੂੰ ਮੁੱਖ ਰੱਖ ਕੀਤੇ ਬਚਨਾਂ ਨੂੰ ਨਿਭਾਉਣ ਵਾਲਾ ਹੈ। ਇਹ ਧਰਮ ਨੂੰ ਨਿਰਮੋਲਕ ਹੀਰਾ ਮੰਨ ਬਾਦਸ਼ਾਹੀਆਂ ਨੂੰ ਠੋਕਰ ਮਾਰ ਦਿੰਦਾ ਹੈ। ਇੰਜ ਧਰਮ ਦੇ ਸੋਮੇ ਗੁਰਦੁਆਰੇ ਉਸਾਰ ਕੇ ਕੀਤੇ ਲਿਖਤੀ ਵਾਅਦੇ ਅਨੁਸਾਰ ਨਵੰਬਰ 1783 ਨੂੰ ਸਰਦਾਰ ਬਘੇਲ ਸਿੰਘ ਨੇ ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ ਦੂਜੇ ਨੂੰ ਸ਼ੁਕਰਾਨੇ ਦਾ ਸੰਦੇਸ਼ ਭੇਜਿਆ। ਇਸ ਸੰਦੇਸ਼ ਵਿੱਚ ਇਹ ਵੀ ਲਿਖ ਦਿੱਤਾ ਕਿ ਸਿੱਖ ਫੌਜ ਦਸੰਬਰ 1783 ਨੂੰ ਦਿੱਲੀ ਤੋਂ ਚਲੀ ਜਾਵੇਗੀ। ਬਘੇਲ ਸਿੰਘ ਦਾ ਸੰਦੇਸ਼ ਪੜ੍ਹ ਕੇ ਬਾਦਸ਼ਾਹ ਨੇ ਸੁੱਖ ਦਾ ਸਾਹ ਲਿਆ ਅਤੇ ਸੋਚਿਆ ਕਿ ਆਈ ਬਿਪਤਾ ਟਲ ਗਈ ਹੈ। ਸੋਹੀਆਂ ਨੇ ਵੀ ਸ਼ਾਹ ਆਲਮ ਨੂੰ ਖਬਰ ਦਿੱਤੀ ਕਿ ਸਿੱਖਾਂ ਦਾ ਮੁਖੀ ਤੁਹਾਡੇ ਲਈ ਦਿਲ ਅੰਦਰ ਵੱਡਾ ਸਤਿਕਾਰ ਅਤੇ ਪਿਆਰ ਰੱਖਦਾ ਹੈ। ਡਾਕਟਰ ਹਰੀ ਰਾਮ ਗੁਪਤਾ ਲਿਖਦੇ ਹਨ ਕਿ ਦਿੱਲੀ 'ਚ ਰਹਿੰਦਿਆਂ ਭਾਈ ਬਘੇਲ ਸਿੰਘ ਦੀ ਸ਼ਾਹ ਆਲਮ ਨਾਲ ਪਹਿਲਾਂ ਕੋਈ ਵੀ ਮਿਲਣੀ ਨਹੀਂ ਸੀ ਹੋਈ। ਸਰਦਾਰ ਦਾ ਚੰਗਾ ਰੁਖ ਸੁਣ ਬਾਦਸ਼ਾਹ ਨੇ ਆਪਣਾ ਦੂਤ ਸਬਜ਼ੀ ਮੰਡੀ, ਜਿੱਥੇ ਬਘੇਲ ਸਿੰਘ ਦਾ ਟਿਕਾਣਾ ਸੀ, ਉੱਥੇ ਭੇਜਿਆ। ਉਸ ਦੂਤ ਨੇ ਸੁਨੇਹਾ ਦਿੱਤਾ ਕਿ ਬਾਦਸ਼ਾਹ ਸਲਾਮਤ ਤੁਹਾਨੂੰ ਮਿਲਣਾ ਚਾਹੁੰਦੇ ਹਨ। ਭਾਈ ਸਾਹਿਬ ਨੇ ਉੱਤਰ ਵਿੱਚ ਆਖਿਆ, ਸਾਡੀ ਮਿਲਣੀ ਦੀ ਗੱਲ ਮੁਸ਼ਕਲ ਲੱਗਦੀ ਹੈ। ਦੂਤ ਨੇ ਕਿਹਾ, ਸਰਦਾਰ ਜੀ ਬਾਦਸ਼ਾਹ ਜੀ ਤੁਹਾਨੂੰ ਮਿਲਣ ਲਈ ਬੜੇ ਉਤਸੁਕ ਹਨ। ਭਾਈ ਬਘੇਲ ਸਿੰਘ ਕਹਿੰਦੇ, ਵਜ਼ੀਰ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਦਾ ਸਿੰਘ ਹੋਣ ਦੇ ਨਾਤੇ ਮੇਰਾ ਸਿਰ ਕਿਸੇ ਮੁਗਲ ਦੇ ਅੱਗੇ ਨਹੀਂ ਝੁਕੇਗਾ, ਕਿਉਂਕਿ ਬਾਦਸ਼ਾਹ ਨੂੰ ਜਾ ਕੇ ਸਲਾਮ ਕਰਨ ਵੇਲੇ ਹੋਰ ਕੋਈ ਆਪਣਾ ਸਿਰ ਝੁਕਾਉਂਦਾ ਹੈ।
ਦੂਜੀ ਗੱਲ ਹੈ, ਮੈਂ ਕਦੇ ਵੀ ਇਕੱਲਾ ਨਹੀਂ ਜਾਵਾਂਗਾ। ਮੇਰੇ ਨਾਲ ਸੈਨਿਕਾਂ ਦਾ ਦਲ ਜਾਵੇਗਾ ਤੇ ਉਹ ਪੂਰੀ ਤਰ੍ਹਾਂ ਸ਼ਸਤਰਾਂ ਨਾਲ ਲੈਸ ਹੋਣਗੇ। ਤੀਜੀ ਸ਼ਰਤ ਸਾਡੀ ਇਹ ਹੈ ਕਿ ਬਾਦਸ਼ਾਹ ਨੂੰ ਮਿਲਣ ਜਾਣ ਸਮੇਂ ਗਲੀਆਂ ਜਾਂ ਰਸਤਿਆਂ ਵਿੱਚ ਕੋਈ ਵੀ ਸ਼ਹਿਰੀ ਸਾਨੂੰ ਬੋਲ ਕਬੋਲ ਨਹੀਂ ਬੋਲੇਗਾ ਅਤੇ ਘਟੀਆ ਕਾਰਵਾਈ ਨਹੀਂ ਕਰੇਗਾ। ਜੇਕਰ ਕਿਸੇ ਨੇ ਕੋਈ ਮਾਨਹਾਨੀ ਵਾਲੀ ਗੱਲ ਕੀਤੀ ਤਾਂ ਸਾਡੇ ਸੈਨਿਕਾਂ ਨੂੰ ਰੋਕਣਾ ਮੇਰੇ ਵਾਸ ਤੋਂ ਬਾਹਰੀ ਗੱਲ ਹੋਵੇਗੀ। ਇਸ ਤਰ੍ਹਾਂ ਉਹ ਸ਼ਾਹੀ ਦੂਤ ਸਰਦਾਰ ਨੂੰ ਮਿਲ ਕੇ ਲਾਲ ਕਿਲੇ 'ਚ ਪਹੁੰਚਿਆ ਤੇ ਮਿਲਣੀ ਦੀਆਂ ਸ਼ਰਤਾਂ ਵੀ ਬਾਦਸ਼ਾਹ ਅੱਗੇ ਪੇਸ਼ ਕੀਤੀਆਂ। ਬਾਦਸ਼ਾਹ ਦੀ ਹਾਲਤ ਉਸ ਸਮੇਂ ਜੰਗਲ ਦੇ ਉਹਨਾਂ ਜਾਨਵਰਾਂ ਵਰਗੀ ਬਣੀ ਹੋਈ ਸੀ ਜਿਸ ਅੰਦਰ ਸ਼ੇਰ ਦੀਆਂ ਦਹਾੜ ਸੁਣ ਉਹ ਘੁਰਨਿਆਂ 'ਚੋਂ ਬਾਹਰ ਨਹੀਂ ਨਿਕਲਦੇ। ਬਾਦਸ਼ਾਹ ਨੇ ਸੋਚ ਵਿਚਾਰ ਕੇ ਸਰਦਾਰ ਦੀਆਂ ਸਭ ਸ਼ਰਤਾਂ ਕਬੂਲ ਕਰ ਦੂਤ ਨੂੰ ਮਿਲਣੀ ਸੰਬੰਧੀ ਤਰੀਕ ਅਤੇ ਸਮਾਂ ਨਿਸ਼ਚਿਤ ਕਰਨ ਲਈ ਕਹਿ ਦਿੱਤਾ। ਸ਼ਾਹੀ ਦੂਤ ਬਾਦਸ਼ਾਹ ਦਾ ਸੰਦੇਸ਼ ਲੈ ਕੇ ਭਾਈ ਬਘੇਲ ਸਿੰਘ ਕੋਲ ਪਹੁੰਚਿਆ। ਉਸ ਆਖਿਆ, ਮੀਟਿੰਗ ਦਾ ਸਮਾਂ ਅਤੇ ਦਿਨ ਦੱਸੋ। ਅਸੀਂ ਤੁਹਾਡੇ ਪਹੁੰਚਣ ਵਾਲੇ ਰਸਤੇ ਤੇ ਮਿਆਦੀ ਕਰਾ ਦਿਆਂਗੇ ਕਿ ਕੋਈ ਸ਼ਹਿਰੀ ਅੱਜ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦਾ ਅਤੇ ਘਰਾਂ ਦੇ ਦਰਵਾਜ਼ੇ ਬੰਦ ਕਰ ਅੰਦਰ ਹੀ ਰਹਿਣਗੇ। ਹੋਰ ਤਾਂ ਹੋਰ ਬੁੱਚੜਾਂ ਦੀਆਂ ਮੀਟ ਦੀਆਂ ਦੁਕਾਨਾਂ ਵੀ ਅਸੀਂ ਉਸ ਦਿਨ ਬੰਦ ਕਰਾ ਦਿਆਂਗੇ। ਅਖੀਰ ਮਿਲਣੀ ਦਾ ਦਿਨ ਸਿੱਖ ਸਰਦਾਰ ਦੇ ਹਾਂ ਕਰਨ ਤੇ ਤੈਅ ਹੋ ਗਿਆ। ਬਾਦਸ਼ਾਹ ਨਾਲ ਸਰਦਾਰ ਦੀ ਮਿਲਣੀ ਵਾਲੇ ਦਿਨ ਸੂਚਨਾ ਦੇਣ ਵਾਲੇ ਚੌਬਦਾਰ ਅਤੇ ਮਿਆਦੀ ਕਰਨ ਵਾਲੇ ਸਬਜ਼ੀ ਮੰਡੀ, ਜਿੱਥੇ ਸਿੰਘਾਂ ਦੀ ਠਹਿਰ ਸੀ, ਸਵੇਰੇ ਹੀ ਪਹੁੰਚ ਗਏ। ਉਧਰੋਂ ਸਿੰਘ ਸਰਦਾਰ ਵੀ ਸੁੰਦਰ ਬਸਤਰ ਅਤੇ ਸ਼ਸਤਰ ਪਹਿਨ ਤਿਆਰ ਹੋ ਗਏ ਅਤੇ ਘੋੜਿਆਂ ਤੇ ਕਾਠੀਆਂ ਪਾ ਉਹਨਾਂ ਨੂੰ ਖੂਬ ਸਜਾਇਆ। ਹਰੀ ਰਾਮ ਗੁਪਤਾ ਆਪਣੀ ਪੁਸਤਕ ਹਿਸਟਰੀ ਆਫ ਦੀ ਸਿੱਖ ਡੋਮੀਨੇਸ਼ਨ ਆਫ ਦੀ ਮੁਗਲ ਐਂਪਾਇਰ 1764 ਤੋਂ 1803 ਵਿੱਚ ਅੰਕਿਤ ਕਰਦੇ ਹਨ ਕਿ ਸਿੱਖਾਂ ਦਾ ਦਸਤਾ ਭਾਈ ਬਘੇਲ ਸਿੰਘ ਦੀ ਕਮਾਨ ਹੇਠ ਸਬਜ਼ੀ ਮੰਡੀ ਤੋਂ ਤੁਰਿਆ। ਇਸ ਦੇ ਅੱਗੇ ਮੁਗਲਾਂ ਦੇ ਹੋਕਾ ਦੇਣ ਵਾਲੇ ਉੱਚੀਆਂ ਆਵਾਜ਼ਾਂ ਵਿੱਚ ਬੋਲ ਰਹੇ ਸਨ ਕਿ ਸਿੱਖਾਂ ਦਾ ਦਲ ਆ ਰਿਹਾ ਹੈ, ਕੋਈ ਬਾਹਰ ਨਾ ਨਿਕਲੇ। ਸਰਦਾਰ ਬਘੇਲ ਸਿੰਘ ਪੂਰਨ ਤੌਰ ਤੇ ਸ਼ਸਤਰਧਾਰੀ ਹੋ ਸਜੇ ਹੋਏ ਹਾਥੀ ਦੇ ਹੋਦ ਤੇ ਬੈਠਾ ਸੀ ਅਤੇ ਇੱਕ ਸਿੱਖ ਉਸ ਦੇ ਸੀਸ ਤੇ ਮੋਰ ਦੇ ਖੰਭਾਂ ਦੇ ਬਣੇ ਚੌਰ ਨਾਲ ਚੌਰ ਕਰ ਰਿਹਾ ਸੀ। ਬਘੇਲ ਸਿੰਘ ਦੇ ਹਾਥੀ ਦੇ ਅੱਗੇ ਤੇ ਪਿੱਛੇ ਸਿੰਘਾਂ ਦੇ ਦਸਤੇ ਜੈਕਾਰੇ ਗਜਾਉਂਦੇ ਚੱਲ ਰਹੇ ਸਨ। ਫਿਰ ਸਾਰੇ ਘੋੜਿਆਂ ਤੇ ਹਾਥੀ ਸਮੇਤ ਲਾਲ ਕਿਲੇ ਅੰਦਰ ਦਾਖਲ ਹੋ ਗਏ। ਸਰਦਾਰ ਬਘੇਲ ਸਿੰਘ ਅਤੇ ਉਸਦੇ 4 ਸਾਥੀ, ਜਿਨ੍ਹਾਂ 'ਚ ਸੱਦਾ ਸਿੰਘ ਤੇ ਦੁਲਚਾ ਸਿੰਘ ਵੀ ਸ਼ਾਮਲ ਸੀ, ਹੇਠਾਂ ਉਤਰੇ, ਜਦਕਿ ਬਾਕੀ ਦੇ ਸੈਨਿਕ ਉਹ ਘੋੜਿਆਂ ਤੇ ਹੀ ਸਵਾਰ ਰਹੇ। ਫਿਰ ਉਹ ਸਾਰੇ ਦੀਵਾਨੇ ਆਮ 'ਚ ਦਾਖਲ ਹੋਏ। ਸੈਨਿਕਾਂ ਨੂੰ ਘੋੜਿਆਂ ਤੇ ਸਵਾਰ ਸਜੇ ਰਹਿਣ ਦਾ ਹੁਕਮ ਵੀ ਸਿੰਘਾਂ ਦੀ ਰਣਨੀਤੀ ਸੀ, ਕਿਉਂਕਿ ਕੀ ਪਤਾ ਬਾਦਸ਼ਾਹ ਆਪਣੇ ਸੈਨਿਕਾਂ ਤੋਂ ਕਦੋਂ ਹਮਲਾ ਕਰਵਾ ਦੇਵੇ। ਮੁਗਲਾਂ ਦੇ ਰਹਿਨੁਮਾ ਨੇ ਆਪਣੇ ਵੱਲੋਂ ਤਾਬੇਦਾਰੀ ਦਿਖਾਈ। ਸਿੰਘਾਂ ਨੇ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਜੈਕਾਰੇ ਗਜਾਏ। ਪ੍ਰਧਾਨ ਮੰਤਰੀ ਨੇ ਸਰਦਾਰ ਬਘੇਲ ਸਿੰਘ ਨੂੰ ਅਤੇ ਉਸਦੇ ਸਾਥੀ ਸਰਦਾਰਾਂ ਨੂੰ ਕੁਰਸੀਆਂ ਤੇ ਬਿਠਾਇਆ। ਸਾਹਮਣੇ ਸ਼ਾਹ ਅਤੇ ਕਚਹਿਰੀ 'ਚ ਹਿੰਦੂ ਤੁਰਕ ਬੈਠੇ ਸਨ। ਸ਼ਾਹ ਦੇ ਕਹਿਣ ਤੇ ਹਿੰਦੂ ਵਜ਼ੀਰਾਂ ਨੇ ਸਿੰਘਾਂ ਨੂੰ ਫਤਿਹ ਬੁਲਾਈ। ਸਿੰਘਾਂ ਵੱਲੋਂ ਬਾਦਸ਼ਾਹ ਨੂੰ ਤੀਰ ਕਮਾਨ ਭੇਟ ਕੀਤਾ। ਇਸ ਸੰਬੰਧੀ ਭੰਗੂ ਜੀ ਦੇ ਸ਼ਬਦ ਹਨ, ਸਿੰਘ ਜੀ ਸ਼ਾਹੇ ਕਮਾਨ ਦਿਵਾਈ, ਲਈ ਸ਼ਾਹੇ ਦੂਏ ਹੱਥ ਉਠਾਈ, ਖੈਰ ਖਰੀਅਤ ਬਹੁ ਪੁੱਛੀ ਪਾਤਸ਼ਾਹ, ਕਰੀ ਗੱਲੇ ਜੋ ਦੋਸਤੀ ਰਾਹ। ਬਾਦਸ਼ਾਹ ਵੱਲੋਂ ਸਰਦਾਰ ਬਘੇਲ ਸਿੰਘ ਨੂੰ ਕੀਮਤੀ ਖਿੱਲਤ ਭੇਟ ਕੀਤੀ, ਜਿਸ ਵਿੱਚ ਇੱਕ ਹਾਥੀ ਸੁੰਦਰ ਅੰਬਾਰੀ ਨਾਲ ਸਜਿਆ ਹੋਇਆ, ਇੱਕ ਵਧੀਆ ਨਸਲ ਦਾ ਘੋੜਾ, ਇੱਕ ਹੀਰਿਆਂ ਨਾਲ ਜੜਿਆ ਹਾਰ ਸ਼ਾਮਲ ਸੀ। ਇਸੇ ਤਰ੍ਹਾਂ ਨਾਲ ਦੇ ਸਰਦਾਰਾਂ ਨੂੰ ਵੀ ਤੋਹਫੇ ਦਿੱਤੇ ਗਏ। ਇਹਨਾਂ ਤੋਂ ਇਲਾਵਾ ਸਰਦਾਰ ਬਘੇਲ ਸਿੰਘ ਨੂੰ ਦਿੱਲੀ ਦੀ ਕੁੱਲ ਚੁੰਗੀ ਦਾ 12.5% ਹਿੱਸਾ ਹਰ ਸਾਲ ਛਲੌਂਦੀ ਵਿਖੇ, ਜੋ ਉਸ ਦਾ ਸਦਰ ਮੁਕਾਮ ਹੈ, ਇਸ ਸ਼ਰਤ ਤੇ ਪਹੁੰਚਾ ਦਿਆ ਕਰਾਂਗੇ ਕਿ ਤੁਸੀਂ ਦਿੱਲੀ ਤੇ ਮੁੜ ਹਮਲਾ ਨਹੀਂ ਕਰੋਗੇ। ਇਤਿਹਾਸਕ ਤੱਥ ਇਹ ਵੀ ਦਰਸਾਉਂਦੇ ਹਨ ਕਿ ਬਾਦਸ਼ਾਹ ਨੇ ਖੁਸ਼ ਹੋ ਕੇ ਬਘੇਲ ਸਿੰਘ ਦੇ ਨਾਂ 12 ਏਕੜ ਜ਼ਮੀਨ ਵੀ ਲਵਾ ਦਿੱਤੀ ਸੀ, ਜਿਸ ਵਿੱਚ ਪਾਰਲੀਮੈਂਟ ਹਾਊਸ ਵਗੈਰਾ ਬਣੇ ਹੋਏ ਹਨ। ਪਰ ਸਮੇਂ ਦੀਆਂ ਸਰਕਾਰਾਂ ਨੇ ਇਹ ਸਭ ਇਤਿਹਾਸਕ ਤੱਥ ਮਿਟਾ ਦਿੱਤੇ। ਬਘੇਲ ਸਿੰਘ ਅਤੇ ਸਰਦਾਰਾਂ ਨੇ ਦਿੱਲੀ ਛੱਡਣ ਸਮੇਂ ਖੁਸ਼ੀ ਦੇ ਨਗਾਰੇ ਵਜਾਏ ਅਤੇ ਗੁਰਸ਼ਬਦਾਂ ਦੇ ਉੱਚੀ ਉੱਚੀ ਆਵਾਜ਼ਾਂ ਵਿੱਚ ਤਰਾਨੇ ਗਾਏ। ਉਸ ਸਮੇਂ ਇਕੱਤਰ ਹੋਏ ਲੋਕਾਂ ਨੂੰ ਮਠਿਆਈ ਪੁੱਲ ਤੇ ਮਠਿਆਈ ਵੰਡੀ। ਕਹਿੰਦੇ ਨੇ ਬਘੇਲ ਸਿੰਘ ਮਠਿਆਈ ਖਾਣ ਦਾ ਬਹੁਤ ਸ਼ੌਕੀਨ ਸੀ। ਦਿੱਲੀ ਸ਼ਹਿਰ ਵਿੱਚ ਹੋ ਰਹੀ ਹਰ ਢੋਆ ਢੁਆਈ ਇਸ ਪੁੱਲ ਤੋਂ ਦੀ ਲੰਘਦੀ ਸੀ। ਇਸੇ ਪੁੱਲ ਤੇ ਚੁੰਗੀ ਘਰ ਉਗਾਇਆ ਜਾਂਦਾ ਸੀ। ਬਘੇਲ ਸਿੰਘ ਨੇ ਇਸ ਦੇ ਨਜ਼ਦੀਕ ਬਹੁਤ ਸਾਰੀਆਂ ਮਠਿਆਈਆਂ ਵਾਲੀਆਂ ਦੁਕਾਨਾਂ ਖੁਲਵਾਈਆਂ। ਵਧੀਆ ਮਠਿਆਈ ਤਿਆਰ ਕਰਨ ਵਾਲਿਆਂ ਨੂੰ ਇਨਾਮ ਵੀ ਦਿੱਤੇ ਜਾਂਦੇ ਸਨ। ਇਤਿਹਾਸ ਵਿੱਚ ਇਹ ਵੀ ਦਰਜ ਹੈ ਕਿ ਚੁੰਗੀ ਦੇਣ ਵਾਲੇ ਹਰ ਇੱਕ ਵਪਾਰੀ, ਗੱਡੇ, ਰੇੜੇ, ਟਾਂਗੇ ਆਦਿ ਵਾਲੇ ਨੂੰ ਮਠਿਆਈ ਵੀ ਖਵਾਈ ਜਾਂਦੀ ਸੀ। ਲੋਕਾਂ ਨੇ ਇਸ ਪੁੱਲ ਦਾ ਨਾਂ ਬਘੇਲ ਸਿੰਘ ਮਿਠਾਈ ਪੁੱਲ ਰੱਖ ਦਿੱਤਾ। ਇਹ ਪੁੱਲ ਅੱਜ ਵੀ ਪੁਰਾਣੀ ਦਿੱਲੀ ਦੇ ਰੇਲਵੇ ਸਟੇਸ਼ਨ ਕੋਲ ਮੌਜੂਦ ਹੈ। ਇਸ ਕੋਲ ਕੁਤਬ ਰੋਡ ਅਤੇ ਆਜ਼ਾਦ ਮਾਰਕੀਟ ਰੋਡ ਮਿਲਦੀ ਹੈ।
ਅੱਜ ਕੱਲ੍ਹ ਇਸ ਪੁਲ ਹੇਠ ਦੀ ਰੇਲ ਦੀਆਂ 2 ਲਾਈਨਾਂ ਲੱਗਦੀਆਂ ਹਨ। ਭੰਗੂ ਰਤਨ ਸਿੰਘ ਸ਼ਹੀਦ ਜੀ ਲਿਖਦੇ ਹਨ ਕਿ ਬਘੇਲ ਸਿੰਘ ਨੇ ਦਿੱਲੀ ਛੱਡਣ ਉਪਰੰਤ ਸਿੰਘਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰ ਸਤਿਗੁਰਾਂ ਦਾ ਧੰਨਵਾਦ ਕੀਤਾ। ਰਤਨ ਸਿੰਘ ਭੰਗੂ ਅਨੁਸਾਰ ਠਾਣਾ ਦਿੱਲੀ ਬਹਾਏ ਫਿਰ ਪਾਤਸ਼ਾਹੇ ਛਿਆਨੀ ਲਿਖਾਈ, ਸ਼੍ਰੀ ਅੰਮ੍ਰਿਤਸਰ ਚਿਤ ਇਸ਼ਨਾਨ ਧਰ ਮੁੜ ਪੜਿਓ ਤਿਸ ਹੀ ਰਾਹੀ। ਸੋ ਸਰਦਾਰ ਬਘੇਲ ਸਿੰਘ ਕਰੋੜ ਸਿੰਘੀਆਂ ਮਿਸਲ ਦਾ ਜਰਨੈਲ ਇੱਕ ਮਹਾਨ ਮਰਦ ਸੀ। ਇਹ ਗੁਰੂ ਦੇ ਇਸ਼ਕ ਦਾ ਬਦਰ ਮੁਨੀਰ, ਰੋਸ਼ਨ ਜ਼ਮੀਰ ਅਤੇ ਖਾਲਸੇ ਦੀ ਤਸਵੀਰ ਅਤੇ ਤਕਦੀਰ ਦਾ ਮਾਨੋ ਘਾੜਾ ਸੀ। ਇਸ ਦੇ ਕੀਤੇ ਮਹਾਨ ਕਾਰਨਾਮਿਆਂ ਕਾਰਨ ਹੀ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਹੋਂਦ ਵਿੱਚ ਆਇਆ। ਇਸ ਦੀ ਬਹਾਦਰੀ ਬਾਰੇ ਲਿਖਣਾ ਬਣਦਾ ਹੈ। ਸ਼ੇਰ ਵਾਂਗ ਗੱਜਣਾ, ਵੈਰੀ ਦੇ ਸਿੰਨੇ ਵੱਜਣਾ ਗੁਰੂ ਦੇ ਸਿੰਘ ਦਾ ਕਾਜ ਸੀ। ਰਣ ਵਿੱਚੋਂ ਕਦੇ ਨਹੀਂ ਭੱਜਣਾ, ਓਏ ਮੇਰਿਆ ਸੱਜਣਾ ਇਹ ਉਸ ਦਾ ਨਾਚ ਸੀ। ਦਿਲ ਛਪਾਣਾ ਆਪਣਾ ਤੇ ਦਿਲ ਹਿਲਾਣਾ ਵੈਰੀ ਦਾ, ਇਹ ਉਸ ਦਾ ਵਿਸਮਾਦ ਸੀ। ਝੰਡਾ ਉਠਾਣਾ ਪੰਥ ਦਾ ਤੇ ਸ਼ਬਦ ਗਾਉਣਾ ਗ੍ਰੰਥ ਦਾ, ਇਹੀ ਬਘੇਲ ਸਿੰਘ ਦਾ ਰਾਜ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਐਸੇ ਗੁਰਮੁਖ ਪਿਆਰੇ ਲਈ ਅੰਕਿਤ ਹੈ। ਧੰਨ ਸੋ ਵੰਸ, ਧੰਨ ਸੋ ਪਿਤਾ, ਧੰਨ ਸੋ ਮਾਤਾ, ਜਿਨ ਜਨ ਜਣੇ। ਇਸ ਦੇ ਨਾਲ ਹੀ ਇਹ ਪੁਸਤਕ ਸਮਾਪਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।